ਭਾਰਤ ਵਿੱਚ ਕਰੋਨਾ ਦੇ ਨਿਕੰਮੇ ਪ੍ਰਬੰਧਾਂ ਦੇ ਇਲਜ਼ਾਮਾਂ ਦੇ ਵਿੱਚ ਟਵਿੱਟਰ ਦੇ ਉੱਤੇ ਰਿਜ਼ਾਈਨ ਮੋਦੀ ਟ੍ਰੈਂਡ ਕਰ ਰਿਹਾ ਹੈ। ਪਹਿਲਾਂ ਫੇਸਬੁੱਕ ਤੇ ਵੀ ਇਹ ਹੈਸ਼ਟੈਗ ਚੱਲਿਆ ਸੀ, ਪਰ ਫੇਸਬੁੱਕ ਨੇ ਬਲੌਕ ਕਰ ਦਿੱਤਾ ਸੀ। ਹਾਲਾਂਕਿ ਫੇਸਬੁੱਕ ਨੂੰ ਇਹ ਹੈਸ਼ਟੈਗ ਬਹਾਲ ਕਰਨਾ ਪਿਆ। ਸਪਸ਼ਟੀਕਰਨ ਦਿੱਤਾ ਹੈ ਕਿ ਗਲਤੀ ਨਾਲ ਹੋ ਗਿਆ ਸੀ, ਸਾਨੂੰ ਕਿਸੇ ਨੇ ਕਿਹਾ ਨਹੀਂ ਹੈ। ਭਾਰਤ ਵਿੱਚ ਨਰਕ ਵਾਲੇ ਹਾਲਾਤ ਦੱਸਣ ਵਾਲਾ ਆਸਟ੍ਰੇਲੀਆ ਦਾ ਅਖਬਾਰ ਭਾਰਤੀਆਂ ਦੇ ਕਹਿਣ ਤੇ ਮਾਫੀ ਮੰਗਣ ਦੀ ਬਜਾਏ ਫਿਰ ਸੱਚ ਲਿਖ ਰਿਹਾ ਹੈ। ਇੰਡੀਅਨਸ ਸਟਿਲ ਡਾਇੰਗ ਐਂਡ ਡਾਇੰਗ। ਸੁਖਪਾਲ ਸਿੰਘ ਖਹਿਰਾ ਨੇ ਕੇਂਦਰ ਤੇ ਹਮਲਾ ਬੋਲਿਆ ਹੈ ਕਿ ਪੱਛਮੀ ਬੰਗਾਲ ਦੇ ਵਿੱਚ ਹੋ ਰਹੀਆਂ ਚੋਣਾਂ ਦਾ ਆਖਰੀ ਪੜਾਅ ਹੈ। ਤੁਸੀਂ ਸਾਰੇ ਵੇਖ ਚੁੱਕੇ ਹੋਵੋਗੇ ਕਿ ਮੋਦੀ ਨੇ ਕੋਵਿਡ ਮਹਾਮਾਰੀ ਦੌਰਾਨ ਨਾਗਰਿਕਾਂ ਦੇ ਨਾਲ ਕਿਸ ਤਰ੍ਹਾਂ ਦਾ ਵਰਤਾਓ ਕੀਤਾ ਹੈ। ਭਾਰਤ ਨਰਕ ਬਣ ਗਿਆ। ਅੰਤਰਰਾਸ਼ਟਰੀ ਮੀਡੀਆ ਲਿਖ ਰਿਹਾ ਹੈ। ਸਹੀ ਰਿਪੋਰਟਾਂ ਨੇ ਇਹ ਕਹਿਣਾ ਹੈ ਖਹਿਰਾ ਦਾ ਕਿਹਾ ਹੈ ਕਿ ਕਿਰਪਾ ਕਰਕੇ ਆਪਣੀ ਜ਼ਮੀਰ ਨੂੰ ਸੁਣੋ ਤੇ ਮੋਦੀ ਦਾ ਬਾਈਕਾਟ ਕਰੋ। ਐਮਰਜੈਂਸੀ ਬੁਲੇਟਿਨ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਰਸ਼ਰਨ ਕੌਰ। ਬੁਲੇਟਿਨ ਦੇ ਵਿੱਚ ਕਰੋਨਾ ਦੀ ਗੱਲ ਬਾਅਦ ਚ ਕਰਾਂਗੇ। ਪਹਿਲਾਂ ਗੱਲ ਕਰਾਂਗੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਸਮਾਗਮਾਂ ਦੀ, ਜਿਨ੍ਹਾਂ ਦੀ ਸ਼ੁਰੂਆਤ ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਹੋ ਗਈ ਹੈ। ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਪਰਿਸਰ ਦੇ ਵਿੱਚ ਸਥਿਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਅਤੇ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਅਖੰਡ ਪਾਠ ਸਾਹਿਬ ਆਰੰਭ ਹੋ ਚੁੱਕੇ ਨੇ। ਦੋਵਾਂ ਥਾਵਾਂ ਤੇ ਅਖੰਡ ਪਾਠ ਸਾਹਿਬ ਦੇ ਭੋਗ 1 ਮਈ ਨੂੰ ਪਾਏ ਜਾਣਗੇ। ਸ਼ਤਾਬਦੀ ਦੇ ਸੰਬੰਧ ਵਿੱਚ ਸੰਗਤ ਦੇ ਵੱਲੋਂ ਕੀਤੇ ਗਏ 20,000 ਸਹਿਜ ਪਾਠ ਦੇ ਭੋਗ ਵੀ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਪਾਏ ਗਏ। ਕਰੋਨਾ ਕਰਕੇ ਸੰਗਤਾਂ ਇਸ ਸਮਾਗਮ ਦੇ ਵਿੱਚ ਆਪਣੇ ਘਰਾਂ ਤੋਂ ਹੀ ਸ਼ਿਰਕਤ ਕਰ ਰਹੀਆਂ ਨੇ। ਲਾਈਵ ਪ੍ਰੋਗਰਾਮਾਂ ਦੇ ਰਾਹੀਂ ਲਾਈਵ ਜਿਹੜਾ ਇਹ ਟੀਵੀ ਦੇ ਉੱਤੇ ਦਿਖਾਏ ਜਾ ਰਹੇ ਨੇ। ਸਮਾਗਮਾਂ ਦੇ ਵਿੱਚ ਪਹਿਲੇ ਦਿਨ ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਸਮੇਤ ਸਾਰੀਆਂ ਜਿਹੜੀਆਂ ਸ਼ਖਸੀਅਤਾਂ ਨੇ ਉਹ ਸ਼ਾਮਿਲ ਹੋਈਆਂ। ਪੰਜਾਬ ਦੀ ਕੈਪਟਨ ਸਰਕਾਰ ਨੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 1 ਮਈ ਨੂੰ ਪੰਜਾਬ ਦੇ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ। 1 ਮਈ ਸ਼ਨੀਵਾਰ ਨੂੰ ਪੰਜਾਬ ਸੂਬੇ ਦੇ ਸਾਰੇ ਸਰਕਾਰੀ ਦਫ਼ਤਰ, ਬੋਰਡ, ਕਾਰਪੋਰੇਸ਼ਨਾਂ ਤੇ ਵਿਦਿਅਕ ਅਦਾਰਿਆਂ ਦੇ ਵਿੱਚ ਗੈਜ਼ਟਡ ਛੁੱਟੀ ਦਾ ਐਲਾਨ ਕੀਤਾ ਗਿਆ। ਇਸ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਛੁੱਟੀ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ 1881 ਦੀ ਧਾਰਾ 25 ਦੇ ਤਹਿਤ ਵੀ ਹੋਵੇਗੀ। ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦੇਸ਼ ਦੀਆਂ ਸਾਰੀਆਂ ਸਰਕਾਰਾਂ ਨੂੰ ਕਿਹਾ ਹੈ ਕਿ ਸਰਕਾਰਾਂ ਲੋਕਾਂ ਦੇ ਵਿੱਚ ਕਰੋਨਾ ਦਾ ਡਰ ਨਾ ਪੈਦਾ ਕਰਨ, ਕਿਉਂਕਿ ਕਰੋਨਾ ਦਾ ਭੈ ਇੰਨਾ ਵੱਧ ਰਿਹਾ ਹੈ ਕਿ ਲੋਕਾਂ ਦੇ ਵਿੱਚ ਅਫਰਾ ਤਫਰੀ ਵਾਲਾ ਤੇ ਤਣਾਅ ਵਾਲਾ ਮਾਹੌਲ ਬਣ ਗਿਆ। ਇਸ ਕਰਕੇ ਲੋਕ ਬਿਨਾਂ ਲੋੜ ਤੋਂ ਹੀ ਆਪਣੇ ਘਰਾਂ ਦੇ ਵਿੱਚ ਆਕਸੀਜਨ ਦੇ ਸਿਲੰਡਰ ਨੇ ਜਿਹੜੇ ਉਹ ਜਮ੍ਹਾਂ ਕਰਕੇ ਰੱਖ ਰਹੇ ਨੇ। ਟੀਕੇ ਨੇ ਜਿਹੜੇ ਉਹ ਕਾਲਾ ਬਾਜ਼ਾਰੀ ਦੇ ਵਿੱਚ ਜਿਵੇਂ ਵੱਧ ਕੀਮਤਾਂ ਤੇ ਵੇਚੇ ਜਾ ਰਹੇ ਨੇ, ਉਹਨਾਂ ਨੂੰ ਖਰੀਦ ਰਹੇ ਨੇ। ਗਿਆਨੀ ਹਰਪ੍ਰੀਤ ਸਿੰਘ ਨੇ ਸਾਫ਼ ਤੌਰ ਤੇ ਕਿਹਾ ਹੈ ਕਿ ਸਰਕਾਰਾਂ 1 ਸਾਲ ਦੇ ਸਮੇਂ ਦੌਰਾਨ ਕਰੋਨਾ ਦੇ ਨਾਲ ਨਜਿੱਠਣ ਲਈ ਲੋੜੀਂਦੇ ਸਾਜ਼ੋ ਸਮਾਨ ਦੀ ਘਾਟ ਨੂੰ ਪੂਰਾ ਕਰਨ ਦੇ ਵਿੱਚ ਮੁਕੰਮਲ ਤੌਰ ਤੇ ਅਸਫਲ ਰਹੀਆਂ ਨੇ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਸਮਾਗਮਾਂ ਬਾਰੇ ਜਥੇਦਾਰ ਨੇ ਸੰਗਤ ਨੂੰ ਅਪੀਲ ਕੀਤੀ ਹੈ ਕਿ ਜਿਹੜੀ ਸੰਗਤ ਇਹਨਾਂ ਸਮਾਗਮਾਂ ਵਿੱਚ ਸ਼ਾਮਿਲ ਹੋਣ ਦੇ ਲਈ ਆ ਸਕਦੀ ਹੈ ਉਹ ਆਵੇ, ਬਾਕੀ ਘਰਾਂ ਦੇ ਵਿੱਚ ਬੈਠ ਕੇ ਲਾਈਵ ਪ੍ਰਸਾਰਣ ਰਾਹੀਂ ਗੁਰਬਾਣੀ ਦੇ ਨਾਲ ਜੁੜੇ। ਗਿਆਨੀ ਹਰਪ੍ਰੀਤ ਸਿੰਘ ਨੇ ਇਹ ਵੀ ਕਿਹਾ ਕਿ ਸ਼ਤਾਬਦੀ ਸਮਾਗਮਾਂ ਦੇ ਮੱਦੇਨਜ਼ਰ ਸੂਬਾ ਸਰਕਾਰ ਨੂੰ ਸ਼ਨੀਵਾਰ ਤੇ ਐਤਵਾਰ ਯਾਨੀ ਕਿ 1 ਤੇ 2 ਮਈ ਨੂੰ 2 ਦਿਨ ਤਾਲਾਬੰਦੀ ਨਹੀਂ ਕਰਨੀ ਚਾਹੀਦੀ। ਬੀਬੀ ਜਗੀਰ ਕੌਰ ਨੇ ਵੀ ਇਹੀ ਮੰਗ ਕੀਤੀ ਹੈ। ਜਥੇਦਾਰ ਨੇ ਕਿਹਾ ਕਿ ਬੀਬੀ ਜਗੀਰ ਕੌਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਵੀ ਇਹ ਮੰਗ ਕੀਤੀ ਹੈ। ਉਮੀਦ ਹੈ ਮੁੱਖ ਮੰਤਰੀ ਅਪੀਲ ਤੇ ਗੌਰ ਕਰਨਗੇ। ਹਾਲਾਂਕਿ ਪੰਜਾਬ ਦੇ ਵਿੱਚ ਵੀਕਐਂਡ ਲਾਕਡਾਊਨ ਦਾ ਐਲਾਨ ਕੀਤਾ ਹੋਇਆ ਹੈ ਤੇ ਵੀਕਐਂਡ ਲਾਕਡਾਊਨ ਦੇ ਵਿੱਚ ਹੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਜਿਹੜੇ ਸ਼ਤਾਬਦੀ ਸਮਾਗਮ ਨੇ ਉਹ ਆ ਰਹੇ ਨੇ। 1 ਮਈ ਨੂੰ ਸ਼ਨੀਵਾਰ ਹੈ ਤੇ 2 ਮਈ ਨੂੰ ਐਤਵਾਰ ਹੈ। ਦੋਨੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਵੀਕਐਂਡ ਲਾਕਡਾਊਨ ਦਾ ਐਲਾਨ ਕੀਤਾ ਹੋਇਆ। ਕਈ ਜ਼ਿਲ੍ਹਿਆਂ ਦੇ ਵਿੱਚ ਤਾਂ ਬਹੁਤ ਹੀ ਸਖਤੀ ਦੇ ਨਾਲ ਕਰਫਿਊ ਦਾ ਐਲਾਨ ਕੀਤਾ ਹੋਇਆ। ਹੁਣ ਦੇਖਦੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਇਹਨਾਂ ਦਿਨਾਂ ਦੇ ਵਿੱਚ ਕੋਈ ਰਾਹਤ ਦਿੰਦੀ ਹੈ ਜਾਂ ਫਿਰ ਨਹੀਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ ਹੋਏ ਕੋਟਕਪੂਰਾ ਗੋਲੀ ਕਾਂਡ ਮਾਮਲੇ ਦੇ ਵਿੱਚ ਹਾਈ ਕੋਰਟ ਨੇ ਜਿਹੜੀ ਪੰਜਾਬ ਸਰਕਾਰ ਦੇ ਵੱਲੋਂ ਗਠਿਤ ਕੀਤੀ ਗਈ SIT ਦੀ ਰਿਪੋਰਟ ਰੱਦ ਕੀਤੀ ਹੈ। ਉਸ ਤੋਂ ਬਾਅਦ ਸਿਆਸੀ ਹਲਚਲ ਲਗਾਤਾਰ ਭਖੀ ਹੋਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਹਨਾਂ ਦੇ ਮੰਤਰੀ ਮੰਡਲ ਦੇ ਪੁਰਾਣੇ ਸਾਥੀ ਨਵਜੋਤ ਸਿੰਘ ਸਿੱਧੂ ਦੇ ਵਿਚਾਲੇ ਸ਼ਬਦੀ ਜੰਗ ਹੈ ਜਿਹੜੀ ਉਹ ਹੁਣ ਖੁੱਲ੍ਹ ਕੇ ਸਾਹਮਣੇ ਆ ਗਈ ਹੈ। ਨਵਜੋਤ ਸਿੰਘ ਸਿੱਧੂ ਦੇ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਹੁਣ ਕਾਫੀ ਤਿੱਖੇ ਬਿਆਨ ਦਿੱਤੇ ਨੇ। ਕੈਪਟਨ ਅਮਰਿੰਦਰ ਸਿੰਘ ਨੇ ਇੱਕ ਟੀਵੀ ਚੈਨਲ ਦੇ ਨਾਲ ਇੰਟਰਵਿਊ ਦੌਰਾਨ ਕਿਹਾ ਕਿ ਸਿੱਧੂ ਦੇ ਲਈ ਹੁਣ ਮੇਰੇ ਦਰਵਾਜ਼ੇ ਬੰਦ ਨੇ, ਮੇਰੇ ਸਾਰੇ ਬੂਹੇ ਸਿੱਧੂ ਦੇ ਲਈ ਬੰਦ ਹੋ ਚੁੱਕੇ ਨੇ। ਕਹਿੰਦੇ ਨਵਜੋਤ ਸਿੰਘ ਸਿੱਧੂ ਇੱਕ ਮੌਕਾ ਪ੍ਰਸਤ ਵਿਅਕਤੀ ਹੈ। ਪਟਿਆਲਾ ਤੋਂ ਕੇਜਰੀਵਾਲ ਨਾਲ ਲੜ ਕੇ ਚੋਣ ਲੜਨ ਦੇ ਸੁਪਨੇ ਦੇਖ ਰਿਹਾ ਹੈ। ਕਹਿੰਦੇ ਲੜ ਲਵੇ ਪਟਿਆਲਾ ਤੋਂ ਚੋਣ ਜ਼ਮਾਨਤ ਜ਼ਬਤ ਹੋਏਗੀ। ਅੱਗੇ ਕੈਪਟਨ ਨੇ ਕਿਹਾ ਕਿ ਮੈਨੂੰ ਕਾਂਗਰਸ ਨੇ ਪੰਜਾਬ ਦੀ ਜ਼ਿੰਮੇਵਾਰੀ ਦਿੱਤੀ ਹੈ, ਮੇਰੇ ਤੇ ਨਹੀਂ, ਅਸਿੱਧੇ ਤੌਰ ਤੇ ਉਹ ਲੀਡਰਸ਼ਿਪ ਦੇ ਉੱਤੇ ਹਮਲੇ ਕਰ ਰਿਹਾ ਹੈ। ਕੈਪਟਨ ਨੇ ਕਿਹਾ ਕਿ ਜਿਹੜੀ ਪਾਰਟੀ ਵਿੱਚ ਸਿੱਧੂ ਗਿਆ ਲੜਦਾ ਹੀ ਰਿਹਾ।
ਸਿੱਧੂ ਪਟਿਆਲਾ ਸੀਟ ਦੇ ਲਈ ਕੇਜਰੀਵਾਲ ਦੇ ਨਾਲ ਮੁਲਾਕਾਤਾਂ ਕਰ ਰਿਹਾ ਹੈ, ਇੱਥੋਂ ਤੱਕ ਦਾਅਵਾ ਕੀਤਾ ਹੈ ਕੈਪਟਨ ਅਮਰਿੰਦਰ ਸਿੰਘ ਨੇ। ਕਹਿੰਦੇ ਸਿੱਧੂ ਨੂੰ ਵਹਿਮ ਹੈ ਕਿ ਉਹ ਗ੍ਰੇਟ ਪਰਸਨੈਲਿਟੀ ਹੈ, ਪਰ ਇਹ ਪੁਰਾਣੀ ਕਹਾਣੀ ਹੋ ਚੁੱਕੀ ਹੈ। ਕਹਿੰਦੇ 7-7 ਮਹੀਨੇ ਫਾਈਲਾਂ ਨਹੀਂ ਚੱਕੀਆਂ ਸਿੱਧੂ ਨੇ ਆਪਣੇ ਟੇਬਲ ਤੋਂ ਜਦੋਂ ਮੰਤਰਾਲਾ ਦਿੱਤਾ ਗਿਆ ਸੀ, ਇਸ ਕਰਕੇ ਮਜਬੂਰਨ ਮੈਨੂੰ ਨਵਜੋਤ ਸਿੰਘ ਸਿੱਧੂ ਨੂੰ ਉਸ ਮਿਨਿਸਟਰੀ ਤੋਂ ਹਟਾਉਣਾ ਪਿਆ। ਕਹਿੰਦੇ ਕੁਰਸੀ ਤੇ ਬਹਿ ਕੇ ਹੱਸੀ ਜਾਓ, ਕੋਈ ਕੰਮ ਨਹੀਂ, ਲੋਕ ਹਲਕੇ ਦੇ ਲਈ ਆਪਣਾ ਕੰਮ ਦੇਖਦੇ ਨੇ, ਹਾਸਾ ਨਹੀਂ ਚਾਹੀਦਾ। ਮੇਰੇ ਵੱਲੋਂ ਸਾਰੇ ਦਰਵਾਜ਼ੇ ਬੰਦ ਨੇ, ਹਾਈ ਕਮਾਂਡ ਜੋ ਫੈਸਲਾ ਲੈਣਾ ਚਾਹਵੇ ਉਹ ਲੈ ਸਕਦੀ ਹੈ। ਸੋ ਇਸ ਤਰ੍ਹਾਂ ਦੀ ਤਿੱਖੀਆਂ ਗੱਲਾਂ ਨੇ ਜਿਹੜੀਆਂ ਉਹ ਕੈਪਟਨ ਅਮਰਿੰਦਰ ਸਿੰਘ ਨੇ ਕੀਤੀਆਂ ਨੇ। ਹਾਲਾਂਕਿ ਸਿੱਧੂ ਨੇ ਜਦੋਂ ਪਹਿਲੀ ਵਾਰੀ ਕੈਪਟਨ ਅਮਰਿੰਦਰ ਸਿੰਘ ਸਿੱਧੂ ਦੇ ਬਾਰੇ ਬੋਲੇ ਸੀ ਤਾਂ ਸਿੱਧੂ ਨੇ ਇਹੀ ਜਵਾਬ ਦਿੱਤਾ ਸੀ ਕਿ ਸੀਟਾਂ ਦੀ ਤਾਂ ਗੱਲ ਹੀ ਨਹੀਂ ਹੋ ਰਹੀ, ਗੱਲ ਨੂੰ ਗੋਲ ਮੋਲ ਇੱਧਰ ਉੱਧਰ ਨਾ ਘੁਮਾਓ, ਇਹ ਦੱਸੋ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਦੋਂ ਕਰੋਗੇ। ਪੰਜਾਬ ਦੇ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਪੰਜਾਬ ਕਾਂਗਰਸ ਦੇ ਵਿੱਚ ਜੋ ਕਲੇਸ਼ ਚੱਲ ਰਿਹਾ ਹੈ ਉਸ ਬਾਰੇ ਬੋਲਣ ਤੋਂ ਝਿਜਕਦੇ ਨਜ਼ਰ ਆਏ। ਉਹਨਾਂ ਨੂੰ ਸਵਾਲ ਪੁੱਛਿਆ ਗਿਆ, ਹੁਸ਼ਿਆਰਪੁਰ ਦੇ ਵਿੱਚ ਪਹੁੰਚੇ ਹੋਏ ਸੀ, ਪੱਤਰਕਾਰਾਂ ਨੇ ਪੁੱਛਿਆ ਤਾਂ ਅਰੋੜਾ ਨੇ ਕਿਹਾ ਕਿ ਵਿਧਾਇਕ ਪ੍ਰਗਟ ਸਿੰਘ ਵੀ ਸਾਡਾ ਹਿੱਸਾ ਨੇ ਤੇ ਨਵਜੋਤ ਸਿੱਧੂ ਵੀ ਸਾਡਾ ਹਿੱਸਾ ਨੇ, ਪਰ ਮੁੱਖ ਮੰਤਰੀ ਖਿਲਾਫ ਕੋਈ ਵੀ ਗੱਲ ਕਹਿਣੀ ਪਾਰਟੀ ਦੇ ਖਿਲਾਫ ਜਾਂਦੀ ਹੈ। ਜੇਕਰ ਕੋਈ ਵੀ ਗੱਲ ਉਹਨਾਂ ਦੇ ਮਨ ਵਿੱਚ ਹੈ ਤਾਂ ਉਹਨਾਂ ਨੂੰ ਪਾਰਟੀ ਪਲੇਟਫਾਰਮ ਤੇ ਆ ਕੇ ਕਹਿਣੀ ਚਾਹੀਦੀ ਹੈ। ਅਰੋੜਾ ਹੁਸ਼ਿਆਰਪੁਰ ਦੇ ਵਿੱਚ ਵੁੱਡ ਪਾਰਕ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣ ਲਈ ਹੀ ਪਹੁੰਚੇ ਹੋਏ ਸੀ। ਸੋ ਕਾਂਗਰਸ ਪਾਰਟੀ ਦੇ ਇਸ ਅੰਦਰੂਨੀ ਕਲੇਸ਼ ਦੇ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਆਪਣੇ ਸਾਰੇ ਵਿਧਾਇਕਾਂ ਦੇ ਨਾਲ ਲਗਾਤਾਰ ਬੈਠਕਾਂ ਵੀ ਕਰ ਰਹੇ ਨੇ, ਬੇਅਦਬੀ ਮਸਲੇ ਨੂੰ ਲੈ ਕੇ ਉਹਨਾਂ ਦੀ ਰਾਏ ਜਾਣ ਰਹੇ ਨੇ ਤੇ ਇਸ ਦਰਮਿਆਨ ਇਹ ਖਬਰਾਂ ਮਿਲ ਰਹੀਆਂ ਨੇ ਕਿ ਮਾਝੇ ਦੇ ਜਿਹੜੇ ਵਿਧਾਇਕ ਨੇ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਕਾਫੀ ਖਿੱਚ ਰਹੇ ਨੇ, ਖਾਸਾ ਖਿੱਚ ਰਹੇ ਨੇ। ਹਾਲਾਂਕਿ ਸੁਖਜਿੰਦਰ ਸਿੰਘ ਰੰਧਾਵਾ ਨੇ ਜਿਹੜੇ ਉਹ ਤਾਂ ਮਾਝੇ ਦੇ ਵਿਧਾਇਕਾਂ ਦੀ ਜਦੋਂ ਬੈਠਕ ਬੁਲਾਈ ਕੈਪਟਨ ਨੇ ਉਹ ਤਾਂ ਸ਼ਾਮਿਲ ਹੀ ਨਹੀਂ ਹੋਏ। ਸੋ ਜ਼ਿਆਦਾਤਰ ਜਿਹੜੇ ਵਿਧਾਇਕ ਨੇ ਉਹ ਖਫਾ ਨਜ਼ਰ ਆ ਰਹੇ ਨੇ ਕਿਉਂਕਿ ਵਿਧਾਇਕ ਵੀ ਨਹੀਂ ਚਾਹੁੰਦੇ ਕਿ ਬੇਅਦਬੀ ਮਸਲੇ ਤੇ ਉਹ ਪੰਜਾਬੀਆਂ ਦੀ ਜਿਹੜੀ ਕੋਈ ਵੀ ਨਾਰਾਜ਼ਗੀ ਹੈ ਉਹਨੂੰ ਮੁੱਲ ਲੈ ਲੈਣ। ਸਾਰੇ ਚਾਹੁੰਦੇ ਨੇ ਆਪੋ ਆਪਣੀ ਸੀਟ ਨੂੰ ਬਚਾਉਣਾ, ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਤੇ ਕਾਫੀ ਦਬਾਅ ਹੈ। ਹੁਣ ਕੈਪਟਨ ਅਮਰਿੰਦਰ ਸਿੰਘ ਫੈਸਲਾ ਕੀ ਲੈਂਦੇ ਨੇ ਇਹ ਹੁਣ ਦੇਖਣਾ ਹੋਵੇਗਾ। ਕੋਰੋਨਾ ਦੀਆਂ ਕੁਝ ਅਪਡੇਟਸ ਨੇ। ਪੰਜਾਬ ਸਰਕਾਰ ਨੇ ਆਪਣੇ ਸਰਕਾਰੀ ਮੁਲਾਜ਼ਮਾਂ ਦੇ ਲਈ ਕੋਰੋਨਾ ਵੈਕਸੀਨ ਲਵਾਉਣੀ ਲਾਜ਼ਮੀ ਕਰ ਦਿੱਤੀ ਹੈ। ਹਦਾਇਤਾਂ ਮੁਤਾਬਿਕ ਹਰ ਮੁਲਾਜ਼ਮ ਦੇ ਲਈ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈਣੀਆਂ ਲਾਜ਼ਮੀ ਨੇ। ਚਿੱਠੀ ਜਾਰੀ ਕੀਤੀ ਗਈ ਹੈ ਕਿ ਜੇਕਰ ਸਰਕਾਰੀ ਕਰਮਚਾਰੀ ਜਾਂ ਅਧਿਕਾਰੀ ਕੋਰੋਨਾ ਪੀੜਤ ਹੋ ਜਾਂਦਾ ਹੈ ਤਾਂ ਇਸ ਨਾਲ ਲੋਕਾਂ ਨੂੰ ਜ਼ਰੂਰੀ ਸੇਵਾਵਾਂ ਪਹੁੰਚਾਉਣ ਦੇ ਵਿੱਚ ਰੁਕਾਵਟ ਆ ਜਾਂਦੀ ਹੈ। ਇਸ ਲਈ ਸਾਰੇ ਮੁਲਾਜ਼ਮਾਂ ਦਾ ਕੋਰੋਨਾ ਟੀਕਾਕਰਨ ਜ਼ਰੂਰੀ ਹੈ। ਯਾਨੀ ਕਿ ਤਰਕੇ ਦਿੱਤਾ ਗਿਆ ਕਿ ਲੋਕਾਂ ਨੂੰ ਸੇਵਾਵਾਂ ਪਹੁੰਚਾਉਣ 'ਚ ਰੁਕਾਵਟ ਆ ਜਾਂਦੀ ਹੈ। ਇਹ ਨਹੀਂ ਲਿਖਿਆ ਗਿਆ ਕਿ ਤੁਹਾਡੀ ਜਿਹੜੀ ਸਿਹਤ ਹੈ ਉਹ ਵੀ ਜ਼ਰੂਰੀ ਹੈ। ਪੰਜਾਬ ਦੇ ਕੋਲ ਲੋੜ ਮੁਤਾਬਿਕ ਨਾ ਤਾਂ ਟੀਕੇ ਨੇ ਨਾ ਹੀ ਆਕਸੀਜਨ ਹੈ। ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਇਹ ਮੰਨਿਆ ਹੈ ਕਿ ਸੂਬੇ ਦੇ ਵਿੱਚ 18 ਸਾਲ ਤੋਂ ਵੱਧ ਉਮਰ ਵਾਲਿਆਂ ਨੂੰ ਕੋਵਿਡ-19 ਰੋਕੂ ਟੀਕੇ ਲੱਗਣ ਦੇ ਵਿੱਚ ਦੇਰੀ ਹੋ ਸਕਦੀ ਹੈ ਕਿਉਂਕਿ ਸਾਡੇ ਕੋਲ ਟੀਕਿਆਂ ਦੀ ਘਾਟ ਹੈ। ਮੰਤਰੀ ਨੇ ਕਿਹਾ ਕਿ 1 ਮਈ ਤੋਂ ਜਿਹੜੀ ਟੀਕਾਕਰਨ ਦਾ ਤੀਸਰਾ ਪੜਾਅ ਸ਼ੁਰੂ ਕੀਤਾ ਜਾਣਾ ਹੈ ਉਹਦੇ ਲਈ ਪੰਜਾਬ ਦੇ ਕੋਲ ਟੀਕੇ ਨਹੀਂ ਹਨ। ਕਹਿੰਦੇ ਸਾਡੇ ਕੋਲ ਸਟਾਫ ਤਾਂ ਪੂਰਾ ਹੈ, ਬੁਨਿਆਦੀ ਢਾਂਚਾ ਵੀ ਸਹੀ ਹੈ, ਪਰ ਟੀਕੇ ਹੱਥ ਵਿੱਚ ਹੈ ਨਹੀਂ। ਆਕਸੀਜਨ ਦੇ ਬਾਰੇ ਬੋਲਦਿਆਂ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਨੂੰ ਹਰ ਦਿਨ 300 ਮੀਟ੍ਰਿਕ ਟਨ ਆਕਸੀਜਨ ਦੀ ਲੋੜ ਹੈ। 36 ਮੀਟ੍ਰਿਕ ਟਨ ਉਤਪਾਦਨ ਕਰਨ ਦੀ ਸਾਡੀ ਸਮਰੱਥਾ ਹੈ। ਬਾਕੀ 105 ਮੀਟ੍ਰਿਕ ਟਨ ਹੈ ਜਿਹੜੀ ਉਹ ਆਕਸੀਜਨ ਬਾਹਰੋਂ ਆਉਂਦੀ ਹੈ। ਬਾਕੀ ਆਕਸੀਜਨ ਨੂੰ ਪੂਰਾ ਕਰਨ ਦੇ ਲਈ ਪੰਜਾਬ ਸਰਕਾਰ ਨੇ ਹੁਣ ਝਾਰਖੰਡ ਤੇ ਛੱਤੀਸਗੜ੍ਹ ਦੀਆਂ ਸਰਕਾਰਾਂ ਨਾਲ ਸੰਪਰਕ ਕੀਤਾ ਹੈ। ਇਹ ਜਾਣਕਾਰੀ ਦਿੱਤੀ ਹੈ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ। ਪਟਿਆਲਾ ਦੀ ਗੱਲ ਕਰ ਲਈਏ ਤਾਂ ਸਰਕਾਰੀ ਰਜਿੰਦਰਾ ਹਸਪਤਾਲ ਦੇ ਵਿੱਚ ਕਰੋਨਾ ਕਾਰਨ ਹੋ ਰਹੀਆਂ ਮੌਤਾਂ ਦਾ ਅੰਕੜਾ ਲਗਾਤਾਰ ਵਧਦਾ ਜਾ ਰਿਹਾ ਹੈ। ਹਸਪਤਾਲ ਦੇ ਵਿੱਚ ਔਸਤਨ ਐਸਟੀਮੇਟਡ 1 ਘੰਟੇ ਦੇ ਵਿੱਚ 1 ਕਰੋਨਾ ਮਰੀਜ਼ ਦੀ ਮੌਤ ਹੋ ਰਹੀ ਹੈ। ਹਾਲਾਂਕਿ ਇਸ ਹਸਪਤਾਲ ਦੇ ਵਿੱਚ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਜਿਹੜੇ ਮਰੀਜ਼ ਦਾਖਲ ਹੋ ਰਹੇ ਨੇ, ਇੱਥੋਂ ਤੱਕ ਕਿ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਮਰੀਜ਼ ਵੀ ਇੱਥੇ ਆਪਣਾ ਇਲਾਜ ਕਰਵਾਉਣ ਲਈ ਪਹੁੰਚ ਰਹੇ ਨੇ। ਪਰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ 24 ਘੰਟਿਆਂ ਦੇ ਵਿੱਚ 24 ਮੌਤਾਂ ਤਾਂ ਰੋਜ਼ਾਨਾ ਹੋ ਰਹੀਆਂ ਨੇ। ਪਿਛਲੇ ਕਈ ਦਿਨਾਂ ਤੋਂ ਇਸ ਤੋਂ ਵੱਧ ਵੀ ਕਈ ਵਾਰੀ ਮੌਤਾਂ ਦਰਜ ਕੀਤੀਆਂ ਗਈਆਂ ਨੇ। ਹਾਲਾਤ ਅੰਮ੍ਰਿਤਸਰ ਦੇ ਵੀ ਠੀਕ ਨਹੀਂ ਹੈਗੇ। ਇੱਥੇ ਕਰੋਨਾ ਕਰਕੇ ਮੌਤਾਂ ਦੀ ਗਿਣਤੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਤੇ ਸੰਸਕਾਰ ਕਰਨ ਦੀ ਥਾਂ ਹੈ ਜਿਹੜੀ ਉਹ ਘਟਦੀ ਜਾ ਰਹੀ ਹੈ। ਅੰਮ੍ਰਿਤਸਰ ਦੇ ਵਿੱਚ ਪਿਛਲੇ 7 ਦਿਨਾਂ ਦੇ ਵਿੱਚ 76 ਮੌਤਾਂ ਦੱਸੀਆਂ ਗਈਆਂ ਨੇ। ਮੌਤਾਂ ਦੀ ਗਿਣਤੀ ਵਧਣ ਕਾਰਨ ਦੁਰਗਿਆਣਾ ਮੰਦਿਰ ਸ਼ਮਸ਼ਾਨ ਘਾਟ ਦੇ ਵਿੱਚ ਕੁਝ ਲਾਸ਼ਾਂ ਦਾ ਜਿਹੜਾ ਸੰਸਕਾਰ ਥੜਿਆਂ ਦੀ ਥਾਂ ਤੇ ਜ਼ਮੀਨ ਤੇ ਹੀ ਕੀਤਾ ਗਿਆ। ਸ਼ਹਿਰ ਦੇ ਵਿੱਚ ਇੱਕ ਸ਼ਮਸ਼ਾਨ ਘਾਟ ਦੁਰਗਿਆਣਾ ਮੰਦਿਰ ਨੇੜੇ ਹੈ ਤੇ ਦੂਸਰੀ ਗੁਰਦੁਆਰਾ ਸ਼ਹੀਦਾਂ ਨੇੜੇ ਹੈ। ਜਾਣਕਾਰੀ ਮੁਤਾਬਿਕ ਆਮ ਦਿਨਾਂ ਦੇ ਵਿੱਚ ਦੋਵੇਂ ਸ਼ਮਸ਼ਾਨ ਘਾਟਾਂ ਦੇ ਵਿੱਚ ਸੰਸਕਾਰ ਲਈ 20 ਤੋਂ 25 ਲਾਸ਼ਾਂ ਆਉਂਦੀਆਂ ਸਨ, ਪਰ ਇਹਨਾਂ ਦਿਨਾਂ ਦੇ ਵਿੱਚ ਲਾਸ਼ਾਂ ਦੀ ਗਿਣਤੀ ਲਗਭਗ ਦੁੱਗਣੀ ਹੋ ਗਈ ਹੈ। ਦੁਰਗਿਆਣਾ ਮੰਦਿਰ ਸ਼ਮਸ਼ਾਨ ਘਾਟ ਦੇ ਪ੍ਰਬੰਧਕਾਂ ਦੇ ਵੱਲੋਂ ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਹੋਇਆਂ ਸੰਸਕਾਰ ਦੇ ਲਈ ਨਵੇਂ ਥੜੇ ਬਣਾਏ ਜਾ ਰਹੇ ਨੇ।
ਬਠਿੰਡਾ ਦੇ ਵਿੱਚ ਪ੍ਰਾਈਵੇਟ ਹਸਪਤਾਲਾਂ ਵਿੱਚ ਆਕਸੀਜਨ ਦੀ ਸਪਲਾਈ ਦੀ ਘਾਟ ਕਾਰਨ ਕੋਵਿਡ-19 ਦੇ ਮਰੀਜ਼ਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਕਸੀਜਨ ਦੀ ਕਮੀ ਕਾਰਨ ਕਈ ਹਸਪਤਾਲਾਂ ਨੇ ਨਵੇਂ ਦਾਖਲੇ ਵੀਰਵਾਰ ਤੋਂ ਯਾਨੀ ਕਿ 29 ਅਪ੍ਰੈਲ ਤੋਂ ਬੰਦ ਕਰ ਦਿੱਤੇ ਨੇ। ਮਰੀਜ਼ਾਂ ਨੂੰ ਦਾਖਲ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇੱਥੋਂ ਦੇ ਪ੍ਰਾਈਵੇਟ ਹਸਪਤਾਲ ਨੇ ਬੁੱਧਵਾਰ ਨੂੰ 20 ਮਰੀਜ਼ਾਂ ਨੂੰ ਆਕਸੀਜਨ ਦੀ ਘਾਟ ਕਾਰਨ दाखिल करन तो इनकार कर दिता सी। ते किसान लीडर गुरनाम सिंह चड़ूनी ने करोना मरीज़ां नूं ट्वीट करके सुझाव दिता है। चड़ूनी ने करोना लाग वाले मरीज़ां ते उन्हां दे परिवारक मैंबरां नूं सलाह दित्ती है कि जिहड़े लोकां नूं हस्पताल दे विच बैड जां फिर ऑक्सीजन नहीं मिलदा उन्हां नूं विधायकां ते सांसदां दे घर डेरा लाउणा चाहीदा है। बीजेपी दे MP ते MLAs दे घर दे सामणे उन्हां नूं घर दे बाहर जाना चाहीदा है। लुधियाना दे DC वरिंद्र कुमार शर्मा ने लुधियाना वासियां ਨੂੰ ਆਉਣ ਵਾਲੇ 14 ਦਿਨਾਂ ਦੇ ਲਈ ਜੇਕਰ ਬਹੁਤ ਜ਼ਰੂਰੀ ਨਾ ਹੋਵੇ ਤਾਂ ਘਰੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਹੈ। ਡੀਸੀ ਨੇ ਕਿਹਾ ਕਿ ਇਸ ਨਾਲ ਹੀ ਅਸੀਂ ਦੂਸਰੀ ਲਹਿਰ ਤੇ ਕਾਬੂ ਪਾ ਸਕਦੇ ਹਾਂ ਜਿਹੜੀ ਕਿ ਪਹਿਲੀ ਲਹਿਰ ਨਾਲੋਂ ਕਿਤੇ ਵੱਧ ਖਤਰਨਾਕ ਹੈ। श्री फतेहगढ़ साहिब विच सेहत विभाग के नैशनल हैल्थ मिशन अधीन काम करते कर्मचारियों ने पंजाब सरकार विरुद्ध अपनियां सेवावां नूं रैगूलर करन दी मंग नूं लैके हड़ताल की, जिस नाल करोना खिलाफ जंग प्रभावित होने के हालात बन गए ने। हड़ताल करके जिले के सरकारी हस्पतालों च भी सेहत सेवावां प्रभावित हो रही ने। सेहत कर्मचारियों के लीडर हरपाल सिंह सोढी ने कहा कि जेकर सरकार ने मंगां ना मन्नियां तां मुलाजम 4 मई तो अणमिथे समय लई हड़ताल ते चले जाणगे। उन्हां दे जिहड़े इल्जाम हैगे ने कि कई सालों तो NHM कर्मचारी ने जिहड़े बहुत ही घट तनख्वाह ते काम कर रहे ने, सरकार कोई खास सहूलत भी नहीं दिंदी ते करोना की जंग दे विच लड़दे हुए जे कोई मुलाजम करोना पॉजिटिव पाया जाता है तां ओह अपना इलाज अपने पैसे दे के करवाउंदा है। सरकार दे वल्लों कोई सहूलत नहीं दित्ती जाती। NHM कर्मचारियों की गैर मौजूदगी विच हस्पतालों दे विच अनट्रेनड विद्यार्थियों तो टीकाकरण करवाया जाता है, जिस नाल गलत प्रभाव पैंदा है। हालांकि हड़ताल के मौके सेहत कर्मचारियों ने करोना की महामारी के बचाव करके इकट्ठ करन तो गुरेज भी किया। पंजाब हरियाणा हाईकोर्ट ने करोना दरमियान एक बड़ा अहम फैसला सुनाया है। अदालत ने कहा कि छोटे अपराधों के विच लोगों की गिरफ्तारी ना की जाए। पंजाब हरियाणा ते चंडीगढ़ नूं यह हुक्म सुनाए गए ने। 30 जून तक कानून व्यवस्था का संकट ना होने तक छोटे छोटे अपराधों के विच इन्हां तिन्नां सूबियां दे विच दोवें सूबे पंजाब हरियाणा ते चंडीगढ़ यूनियन टैरीटरी दे विच गिरफ्तारी नहीं होनी चाहिए, क्योंकि अजिहे हालातां दे विच अदालत रैगूलर रूप दे विच काम करन दे समर्थ नहीं है। चीफ जस्टिस रवि शंकर झा दे बेंच ने कहा कि हाले हालात बहुत नाजुक ने, जदों तक जरूरी नहीं हुंदा लोक अदालतां दे विच ना जाण। जिन्हां दोषियां नूं 9 मार्च तो बाद जमानत जां पैरोल दित्ती गई है उन्हां दी जमानत ते पैरोल दे हुक्म हुण 30 जून तक लागू रहणगे। इह भी इन्हां कैदियां दे लई राहत की गल है। इस तो इलावा पंजाब हरियाणा ते चंडीगढ़ विच किते भी नाजायज़ कब्जिਆਂ ਨੂੰ हटाउण दे आदेश 30 जून तक लागू रहणगे। हाईकोर्ट ने बैंकां ते वित्ती संस्थावां ਨੂੰ जायदाद की नीलामी की प्रक्रिया भी 30 जून तक मुलतवी करन दे आदेश दिते ने। सो हाईकोर्ट दे हुक्म ने वख-वख वर्गां ਨੂੰ राहत देण वाले ने। अमरीका ने अपने नागरिकां ਨੂੰ सलाह दित्ती है कि ਉਹ ਭਾਰਤ ਦੀ यात्रा ना करन ਜਾਂ ਫਿਰ जिन्ना जल्दी हो सके ਉਹ ਭਾਰਤ ਵਿੱਚੋਂ वापस आ जाण। अमरीका ने कहा कि देश ਵਿੱਚ कोरोना वध ਰਿਹਾ है ते ਭਾਰਤ ਵਿੱਚ ਇਲਾਜ ਦੇ ਵਸੀਲੇ ਬਹੁਤ ਸੀਮਿਤ ਨੇ। ਇਸੇ ਕਰਕੇ ਜੇ ਅਮਰੀਕੀ ਨਾਗਰਿਕ ਉੱਥੇ ਰਹੇ ਤਾਂ ਉਹਨਾਂ ਦੀ ਸਿਹਤ ਖਤਰੇ ਦੇ ਵਿੱਚ ਪੈ ਸਕਦੀ ਹੈ। ਇਸ ਕਰਕੇ ਉਹ ਭਾਰਤ ਨੂੰ ਜਲਦ ਤੋਂ ਜਲਦ ਛੱਡ ਦੇਣ। ਅਮਰੀਕਾ ਨੇ ਭਾਰਤ ਵਿੱਚ ਤੇਜ਼ੀ ਨਾਲ ਵਧ ਰਹੇ ਕੋਰੋਨਾ ਦੇ ਮਾਮਲਿਆਂ ਦਰਮਿਆਨ ਇਹ ਹੈਲਥ ਐਡਵਾਈਜ਼ਰੀ ਹੈ ਜਿਹੜੀ ਉਹ ਜਾਰੀ ਕੀਤੀ ਹੈ। ਅਮਰੀਕਾ ਨੇ ਕਿਹਾ ਕਿ ਭਾਰਤ ਵਿੱਚ ਕੋਰੋਨਾ ਸੰਕਟ ਨਾਲ ਨਿਪਟਣ ਦੇ ਲਈ ਕਈ ਪੱਧਰਾਂ ਦੇ ਉੱਤੇ ਮਦਦ ਕਰਨ ਦੀ ਲੋੜ ਹੈ। इस करके अलर्ट है जिहड़ा वो जारी किया जाता है कि भारत विच रिकॉर्ड टुट रहा है करोना दियां मौतां दा। कोविड-19 टैसटिंग दियां सहूलतां भी उत्थे सीमित ने। हस्पतालां दे विच मैडिकल ऑक्सीजन नूं लैके मारामारी बनी हुई है। इस तो इलावा नवे मरीज़ां दे लई हस्पताल दे विच कोई भी बैड खाली नहीं है। इस करके अमरीका ने लैवल 4 ट्रैवल हैल्थ नोटिस जारी कर दिता है कहा कि अमरीकी नागरिक भारत तो आने वाली फ्लाइटां राही सीधा अमरीका वापस आ जाण। इस तरह के हुक्म ने जिहड़े कैनेडा ते जर्मनी ने भी अपने नागरिकां नूं जारी कीते ने। हुक्म नहीं सलाह कह सकते हैं क्योंकि एडवाइजरी जारी की गई है कि जिहड़े कैनेडा के नागरिक ने या फिर जर्मनी के नागरिक ने जिहड़े भारत विच गए हुए ने जल्द तो जल्द आपो अपने मुल्कां दे विच वापस आ जाण।
1 ਮਈ ਤੋਂ ਤੀਸਰੇ ਗੇੜ ਦੀ ਵੈਕਸੀਨੇਸ਼ਨ ਨੂੰ ਲੈ ਕੇ ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਵੱਡਾ ਬਿਆਨ ਦਿੱਤਾ ਹੈ ਕਿ ਸਾਡੇ ਕੋਲ ਟੀਕਾ ਲਾਉਣ ਲਈ ਦਵਾਈਆਂ ਦਾ ਸਟਾਕ ਹੀ ਨਹੀਂ ਹੈ। 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਵੈਕਸੀਨੇਸ਼ਨ ਮੁਹਿੰਮ ਸ਼ੁਰੂ ਹੋਣੀ ਹੈ 1 ਮਈ ਨੂੰ। ਉਹ ਕਹਿੰਦੇ ਸਾਨੂੰ ਹਾਲੇ ਇਸ ਬਾਰੇ ਕੋਈ ਸ਼ਡਿਊਲ ਹੀ ਨਹੀਂ ਮਿਲਿਆ। ਸਤਿੰਦਰ ਜੈਨ ਨੇ ਕਿਹਾ ਕਿ ਫਿਲਹਾਲ ਸਾਡੇ ਕੋਲ ਵੈਕਸੀਨ ਨਹੀਂ ਹੈ। ਵੈਕਸੀਨ ਖਰੀਦਣ ਨੂੰ ਲੈ ਕੇ ਕੰਪਨੀ ਨਾਲ ਗੱਲਬਾਤ ਹੋ ਰਹੀ ਹੈ। ਜਿਵੇਂ ਹੀ ਵੈਕਸੀਨ ਸਾਨੂੰ ਮਿਲ ਜੇਗੀ ਅਸੀਂ ਇਸ ਦੀ ਜਾਣਕਾਰੀ ਦਿੱਲੀ ਵਾਸੀਆਂ ਨੂੰ ਦੇ ਦੇਵਾਂਗੇ। ਸੂਬਿਆਂ ਦੇ ਵਿੱਚ ਵੈਕਸੀਨ ਦੀ ਘਾਟ ਦੀਆਂ ਖਬਰਾਂ ਲਗਾਤਾਰ ਆ ਰਹੀਆਂ ਨੇ। ਪੰਜਾਬ ਨੇ ਵੀ ਕਹਿ ਦਿੱਤਾ ਹੈ, ਹੁਣ ਦਿੱਲੀ ਨੇ ਵੀ ਕਹਿ ਦਿੱਤਾ ਹੈ ਕਿ 1 ਮਈ ਤੋਂ ਟੀਕਾਕਰਨ ਸ਼ੁਰੂ ਕਰਨਾ ਸਾਡੇ ਲਈ ਮੁਸ਼ਕਿਲ ਹੈ। ਇਸੇ ਦਰਮਿਆਨ ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚ ਕੋਵਿਡ-19 ਟੀਕੇ ਦੀਆਂ 1 ਕਰੋੜ ਤੋਂ ਵੱਧ ਖੁਰਾਕਾਂ ਉਪਲਬਧ ਨੇ ਤੇ ਅਗਲੇ 3 ਦਿਨਾਂ ਦੇ ਵਿੱਚ ਉਹਨਾਂ ਨੂੰ 20 ਲੱਖ ਹੋਰ ਟੀਕੇ ਮਿਲ ਜਾਣਗੇ। ਉਹਨਾਂ ਕਿਹਾ ਕਿ ਸੂਬਿਆਂ ਦੇ ਵਿੱਚ ਟੀਕਿਆਂ ਦੀਆਂ ਖੁਰਾਕਾਂ ਖਤਮ ਹੋਣ ਦੀਆਂ ਖਬਰਾਂ ਬੇਬੁਨਿਆਦ ਨੇ। ਇਸ ਕਰਕੇ ਅਸੀਂ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਕਿ 1 ਕਰੋੜ ਤੋਂ ਵੱਧ ਖੁਰਾਕਾਂ ਇਹਨਾਂ ਸੂਬਿਆਂ ਦੇ ਵਿੱਚ ਹਾਲੇ ਪਈਆਂ ਹੋਈਆਂ ਨੇ। ਪਰ ਜੇ ਕੇਂਦਰ ਸਰਕਾਰ ਸੱਚ ਬੋਲ ਰਹੀ ਹੈ ਕਿ ਸੂਬਿਆਂ ਦੇ ਕੋਲ ਟੀਕਾ ਹੈ ਤਾਂ ਫਿਰ ਕੀ ਸੂਬਾ ਸਰਕਾਰਾਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੀਆਂ ਨੇ? ਤੇ ਜੇ ਸੂਬੇ ਸੱਚ ਬੋਲ ਰਹੇ ਨੇ ਤਾਂ ਫਿਰ ਮੋਦੀ ਸਰਕਾਰ ਕੀ ਝੂਠ ਬੋਲ ਰਹੀ ਹੈ? ਸੋ ਇੱਥੇ ਇਸ ਗੱਲ ਨੂੰ ਲੈ ਕੇ ਜ਼ਰੂਰ ਦੁਬਿਧਾ ਜਿਹੜੀ ਜ਼ਰੂਰ ਬਣੀ ਹੋਈ ਹੈ। ਆਕਸੀਜਨ ਦੀ ਕਿੱਲਤ ਬਾਰੇ ਹਾਈਕੋਰਟ ਨੇ ਇੱਥੋਂ ਤੱਕ ਕਿਹਾ ਕਿ ਸਾਨੂੰ ਲੋਕ ਫੋਨ ਕਰ ਰਹੇ ਨੇ। ਇੱਥੋਂ ਤੱਕ ਕਿ ਸੋਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੂੰ ਵੀ ਲੋਕ ਫੋਨ ਕਰਕੇ ਬੈੱਡ ਲੈਣ ਦੀ ਬੇਨਤੀ ਕਰ ਰਹੇ ਨੇ। ਦਿੱਲੀ ਵਿੱਚ ਲੋਕ ਪੀੜਤ ਨੇ, ਆਕਸੀਜਨ ਦੀ ਘਾਟ ਕਾਰਨ ਜਾਨਾਂ ਗਵਾ ਚੁੱਕੇ ਨੇ ਤੇ ਗਵਾ ਰਹੇ ਨੇ। ਕੇਂਦਰ ਇਹਨਾਂ ਸਮੱਸਿਆਵਾਂ ਦਾ ਹੱਲ ਲੱਭੇ, ਲੋਕਾਂ ਦੀਆਂ ਜਾਨਾਂ ਬਚਾਵੇ। ਤੇ ਇਸੇ ਦਰਮਿਆਨ ਕੇਂਦਰੀ ਸਿਹਤ ਮੰਤਰੀ ਦਾ ਵੀ ਬਿਆਨ ਆ ਜਾਂਦਾ ਹੈ। ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਕਹਿ ਰਹੇ ਨੇ ਕਿ ਸਾਡੇ ਕੋਲ ਆਕਸੀਜਨ ਲੋੜੀਂਦੀ ਮਾਤਰਾ ਦੇ ਵਿੱਚ ਮੌਜੂਦ ਹੈ, ਪਹਿਲਾਂ ਵੀ ਸੀ ਹੁਣ ਵੀ ਹੈ, ਹੁਣ ਤਾਂ ਅਸੀਂ ਇਸ ਨੂੰ ਹੋਰ ਵੀ ਵਧਾ ਦਿੱਤਾ ਹੈ। ਲੋਕਾਂ ਨੂੰ ਆਕਸੀਜਨ ਬਾਰੇ ਵਿੱਚ ਸਹੀ ਗਿਆਨ ਹੋਣਾ ਜ਼ਰੂਰੀ ਹੈ। ਜਿਸ ਨੂੰ ਜ਼ਰੂਰਤ ਹੈ, ਜਿਸ ਨੂੰ ਲੋੜ ਹੈ ਆਕਸੀਜਨ, ਉਸ ਨੂੰ ਹੀ ਲੈਣੀ ਚਾਹੀਦੀ ਹੈ, ਉਸ ਨੂੰ ਹੀ ਮਿਲਣੀ ਚਾਹੀਦੀ ਹੈ। ਤੁਸੀਂ ਅਨਸੈਸਰੀ ਹਸਪਤਾਲਾਂ ਦੇ ਵਿੱਚ ਨਾ ਭੱਜੋ। ਕਹਿੰਦੇ ਡਾਕਟਰ ਕਹਿੰਦੇ ਨੇ ਕਿ ਹਸਪਤਾਲ ਵਿੱਚ ਰਹਿਣ ਦੀ ਜ਼ਰੂਰਤ ਹੈ ਤਾਂ ਜ਼ਰੂਰ ਜਾਓ, ਐਵੇਂ ਤੁਸੀਂ ਮਾੜੀ ਮੋਟੀ ਸਮੱਸਿਆ ਦੇ ਉੱਤੇ ਹਸਪਤਾਲ ਨਾ ਜਾਓ। ਇਹ ਕਹਿਣਾ ਹੈ ਡਾਕਟਰ ਹਰਸ਼ਵਰਧਨ ਦਾ। ਸੋ ਕਰੋਨਾ ਵਾਇਰਸ ਦੇ ਲਗਾਤਾਰ ਮਾਮਲੇ ਵਧਣ ਤੇ ਸਰਕਾਰ ਦੇ ਦਾਅਵਿਆਂ ਦੀ ਪੋਲ ਹੁਣ ਵਿਦੇਸ਼ੀ ਅਖਬਾਰ ਵੀ ਖੋਲ ਰਹੇ ਨੇ। ਇੱਕ ਨਹੀਂ ਦਰਜਨ ਦੇ ਕਰੀਬ ਵਿਦੇਸ਼ੀ ਅਖਬਾਰਾਂ ਨੇ ਮੋਦੀ ਸਰਕਾਰ ਦੀਆਂ ਚੋਣ ਰੈਲੀਆਂ ਤੇ ਕਰੋਨਾ ਕਰਕੇ ਮਰ ਰਹੇ ਲੋਕਾਂ ਦੀਆਂ ਖਬਰਾਂ ਨੂੰ ਮੁੱਖ ਰੱਖ ਕੇ ਸਰਕਾਰ ਦੇ ਪ੍ਰਬੰਧਾਂ ਤੋਂ ਪਰਦੇ ਚੁੱਕੇ ਨੇ। ਜਦਕਿ ਉਧਰ ਬੇਬੁਨਿਆਦ ਖਤਰਨਾਕ ਕਹਿ ਕੇ ਕਰੋਨਾ ਸੰਕਟ ਦੌਰਾਨ ਮੋਦੀ ਦੀ ਆਲੋਚਨਾ ਕਰਨ ਵਾਲੀ ਆਸਟ੍ਰੇਲੀਅਨ ਅਖਬਾਰ ਦੀ ਰਿਪੋਰਟ ਦੀ ਨਿਖੇਧੀ ਕਰਦਿਆਂ ਭਾਰਤ ਨੇ ਸੋਮਵਾਰ ਨੂੰ ਅਖਬਾਰ ਵਿੱਚ ਪ੍ਰਕਾਸ਼ਿਤ ਇੱਕ ਲੇਖ ਦਾ ਸਖਤ ਨੋਟਿਸ ਲੈ ਲਿਆ, ਜਿਸ ਵਿੱਚ ਦੇਸ਼ ਵਿੱਚ ਕਰੋਨਾ ਵਾਇਰਸ ਦੀ ਦੂਸਰੀ ਲਹਿਰ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗਲਤ ਕਦਮ ਚੁੱਕਣ ਦਾ ਜ਼ਿੰਮੇਵਾਰ ਦੱਸਿਆ ਗਿਆ ਹੈ। ਅਖਬਾਰ ਦੇ ਮੁੱਖ ਸੰਪਾਦਕ ਕ੍ਰਿਸਟੋਫਰ ਦੋਏ ਨੂੰ ਕੈਨਬਰਾ ਦੇ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਚਿੱਠੀ ਲਿਖੀ ਹੈ ਤੇ ਕਿਹਾ ਕਿ ਇਹ ਪੂਰੀ ਤਰ੍ਹਾਂ ਦੇ ਨਾਲ ਤੱਥਹੀਣ ਅਤੇ ਖਤਰਨਾਕ ਲੇਖ ਹੈ। ਅਖਬਾਰ ਨੂੰ ਬੇਨਤੀ ਕੀਤੀ ਹੈ ਕਿ ਇਸ ਨੂੰ ਮੁੜ ਤੋਂ ਛਾਪਿਆ ਜਾਵੇ, ਸਹੀ ਕਰਕੇ ਛਾਪਿਆ ਜਾਵੇ। ਕਹਿਣ ਦਾ ਮਤਲਬ ਹੈ ਕਿ ਮੋਦੀ ਸਰਕਾਰ ਦੇ ਹੱਕ ਵਿੱਚ ਛਾਪਿਆ ਜਾਵੇ। ਕਹਿੰਦੇ ਇਹਦੇ ਵਿੱਚ ਅਜਿਹਾ ਲੱਗ ਰਿਹਾ ਹੈ ਕਿ ਰਿਪੋਰਟ ਸਿਰਫ ਸਰਕਾਰ ਨੂੰ ਨਾਕਾਮ ਦੱਸਣ ਦੇ ਉਦੇਸ਼ ਨਾਲ ਹੀ ਛਾਪੀ ਗਈ ਹੈ, ਪਰ ਇਹ ਸਿਰਫ ਆਸਟ੍ਰੇਲੀਅਨ ਅਖਬਾਰ ਨਹੀਂ ਹੈ। ਬਹੁਤ ਸਾਰੇ ਦੁਨੀਆ ਦੇ ਹੋਰ ਵਿਦੇਸ਼ੀ ਅਖਬਾਰ ਨੇ ਜਿਨ੍ਹਾਂ ਨੇ ਰਿਪੋਰਟਸ ਛਾਪੀਆਂ ਨੇ। ਫਿਲਿਪ ਸ਼ੈਰਵੈਲ ਦੇ ਵੱਲੋਂ ਲੇਖ ਸ਼ਨੀਵਾਰ ਨੂੰ ਦ ਟਾਈਮਸ ਦੇ ਵਿੱਚ ਛਪਿਆ ਹੈ, ਜਿਸ ਦਾ ਸਿਰਲੇਖ ਹੈ ਕਿ ਮੋਦੀ ਭਾਰਤ ਨੂੰ ਲਾਕਡਾਊਨ ਅਤੇ ਕਰੋਨਾ ਦੀ ਕਿਆਮਤ ਦੀ ਹੱਦ ਤੱਕ ਲੈ ਗਏ ਨੇ। ਇਹ ਇੱਕ ਦਿਨ ਬਾਅਦ ਆਸਟ੍ਰੇਲੀਅਨ ਡੇਲੀ ਦੇ ਵਿੱਚ ਛਾਪਿਆ ਗਿਆ, ਜਿਸ ਦਾ ਸਿਰਲੇਖ ਸੀ ਕਿ ਮੋਦੀ ਭਾਰਤ ਨੂੰ ਇੱਕ ਵਾਇਰਲ ਦੀ ਕਿਆਮਤ ਤੱਕ ਲੈ ਗਏ ਨੇ। ਇਹ ਲੇਖ ਹੋਰ ਵਿਦੇਸ਼ੀ ਅਖਬਾਰਾਂ ਜਿਵੇਂ ਦਾ ਗਾਰਡੀਅਨ, ਦ ਨਿਊਯਾਰਕ ਟਾਈਮਸ ਅਤੇ ਹਾਰਟੇਸ ਤੋਂ ਜ਼ਿਆਦਾ ਵੱਖਰਾ ਨਹੀਂ ਸੀ। ਇਹਨਾਂ ਲੇਖਾਂ ਦੇ ਵਿੱਚ ਮੋਦੀ ਨੂੰ ਇੱਕ ਹਿੰਦੂ ਰਾਸ਼ਟਰਵਾਦੀ ਦੇ ਵਜੋਂ ਪਰਿਭਾਸ਼ਿਤ ਕੀਤਾ ਗਿਆ, ਜਿਹੜਾ ਕਿ ਬਹੁਤ ਹੀ ਓਵਰ ਕੌਨਫੀਡੈਂਸ ਦੇ ਨਾਲ ਗ੍ਰਸਤ ਹੈ, ਓਵਰ ਕੌਨਫੀਡੈਂਸ ਦੇ ਨਾਲ ਭਰਿਆ ਹੋਇਆ ਪ੍ਰਧਾਨ ਮੰਤਰੀ ਹੈ। ਰਿਪੋਰਟਸ ਦੇ ਵਿੱਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਹੰਕਾਰੀ ਹੈ ਤੇ ਇੱਕ ਅਯੋਗ ਸਰਕਾਰ ਦਾ ਮੁਖੀਆ ਹੈ। ਆਲੋਚਕਾਂ ਨੇ ਕਿਹਾ ਕਿ ਭਾਰਤ ਵਿੱਚ ਭੀੜ ਪ੍ਰਧਾਨ ਮੰਤਰੀ ਮੋਦੀ ਨੂੰ ਪਸੰਦ ਕਰਦੀ ਹੈ, ਪਰ ਨਾਗਰਿਕ ਦਮ ਘੁੱਟ-ਘੁੱਟ ਕੇ ਮਰ ਰਹੇ ਨੇ। ਕੁੰਭ ਮੇਲੇ ਦਾ ਵੀ ਇਹਨਾਂ ਲੇਖਾਂ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਕਿਵੇਂ ਸਰਕਾਰ ਨੇ ਇਸ ਦੀ ਮਨਜ਼ੂਰੀ ਦੇ ਦਿੱਤੀ। ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਆਪ ਤਾਂ ਰੈਲੀਆਂ ਕਰ ਰਹੇ ਨੇ, ਜਿੱਥੇ ਹਜ਼ਾਰਾਂ ਲੋਕ ਬਿਨਾਂ ਮਾਸਕ ਤੋਂ ਸ਼ਾਮਿਲ ਹੋਏ ਨੇ। ਲੇਖ ਵਿੱਚ ਇਹ ਵੀ ਲਿਖਿਆ ਕਿ ਮੋਦੀ ਇਹਨਾਂ ਰੈਲੀਆਂ ਦੇ ਵਿੱਚ ਆਪਣੀ ਖੁਸ਼ੀ ਵੀ ਲੁਕੋ ਨਹੀਂ ਸਕੇ। ਕਹਿੰਦੇ ਪੱਛਮੀ ਬੰਗਾਲ ਦੇ ਵਿੱਚ ਇੱਕ ਰੈਲੀ ਦੇ ਵਿੱਚ ਮੋਦੀ ਨੇ ਖੁਦ ਕਿਹਾ ਕਿ ਮੈਂ ਇੰਨੀ ਜ਼ਿਆਦਾ ਭੀੜ ਕਦੇ ਨਹੀਂ ਦੇਖੀ। ਗਾਰਡੀਅਨ ਨੇ ਲਿਖਿਆ ਕਿ ਭਾਰਤ ਹੁਣ ਨਰਕ ਦੇ ਵਿੱਚ ਜਿਉ ਰਿਹਾ ਹੈ।
ਇਹ ਸੰਪਾਦਕੀ 23 ਅਪ੍ਰੈਲ ਨੂੰ ਛਾਪੀ ਗਈ ਸੀ। ਨਿਊਜ਼ਪੇਪਰ ਨੇ ਇੱਥੋਂ ਤੱਕ ਕਿਹਾ ਹੈ ਕਿ ਟਰੰਪ ਦੇ ਵਾਂਗ ਭਾਰਤ ਦਾ ਪ੍ਰਧਾਨ ਮੰਤਰੀ ਰੈਲੀਆਂ ਨਹੀਂ ਛੱਡ ਸਕਦਾ ਜਦਕਿ ਮਹਾਮਾਰੀ ਫੈਲੀ ਹੋਈ ਹੈ। ਇਜ਼ਰਾਈਲ ਦੇ ਅਖਬਾਰ ਦੈਨਿਕ ਹੈਰਲਡ ਨੇ ਲਿਖਿਆ ਹੈ ਕਿ ਭਾਰਤ ਦੀ ਤਰਾਸਦੀ ਸਵੀਕਾਰ ਕਰਨ ਨੂੰ ਔਖਾ ਬਣਾ ਦਿੱਤਾ ਗਿਆ। ਸਰਕਾਰ ਕੋਲ ਤਿਆਰੀ ਲਈ ਬਹੁਤ ਸਮਾਂ ਸੀ। ਇਨ੍ਹਾਂ ਅਖਬਾਰਾਂ ਨੇ ਲਿਖਿਆ ਕਿ ਨਰਿੰਦਰ ਮੋਦੀ ਖਬਰ ਨੂੰ ਸੈਂਸਰ ਕਰਨ ਅਤੇ ਮੌਤ ਦਰ ਘੱਟ ਕਰਨ ਦੀਆਂ ਕੋਸ਼ਿਸ਼ਾਂ ਦੇ ਉੱਤੇ ਆਪਣੀ ਅਸਫਲਤਾ ਨੂੰ ਲੁਕੋ ਨਹੀਂ ਸਕਦੇ। ਭਾਰਤ ਵਿੱਚ ਲੋਕ ਮਰ ਰਹੇ ਨੇ ਤੇ ਬਸ ਸਿਰਫ ਮਰ ਰਹੇ ਨੇ। ਰੇਡੀਓ ਫਰਾਂਸ ਇੰਟਰਨੈਸ਼ਨਲ ਨੇ ਆਪਣੇ ਕਾਲਮ ਦੇ ਵਿੱਚ ਕਿਹਾ ਕਿ ਭਾਰਤ ਵਿੱਚ ਸਿਹਤ ਵਿਵਸਥਾ ਮੁੱਦੇ ਮੂੰਹ ਡਿੱਗੀ ਹੈ ਤੇ ਮੁੱਖ ਦੋਸ਼ੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ। ਇਹਨਾਂ ਰਿਪੋਰਟਾਂ ਤੇ ਭਾਰਤੀ ਹਾਈ ਕਮਿਸ਼ਨ ਨੇ ਦਾਅਵਾ ਕੀਤਾ ਕਿ ਲੇਖਾਂ ਦੇ ਵਿੱਚ ਹੈਰਾਨ ਕਰਨ ਵਾਲੇ ਦੋਸ਼ ਲਾਏ ਨੇ। ਚਿੱਠੀ ਵਿੱਚ ਕਿਹਾ ਗਿਆ ਕਿ ਭਾਰਤ ਸਰਕਾਰ ਦੇ ਲਈ ਹਰੇਕ ਨਾਗਰਿਕ ਦਾ ਕਲਿਆਣ ਸਭ ਤੋਂ ਪਹਿਲਾਂ ਹੈ। ਸੋ ਇਹਨਾਂ ਸਾਰੀਆਂ ਖਬਰਾਂ ਦੇ ਦਰਮਿਆਨ ਭਾਰਤੀਆਂ ਨੇ ਸੋਸ਼ਲ ਮੀਡੀਆ ਤੇ ਸਵਾਲ ਚੁੱਕੇ ਨੇ ਕਿ ਜਦੋਂ ਭਾਰਤ ਸਰਕਾਰ ਨੇ ਕਿਹਾ ਕਿ ਆਸਟ੍ਰੇਲੀਆ ਦਾ ਜਿਹੜਾ ਇਹ ਅਖਬਾਰ ਹੈ ਇਹ ਆਪਣੇ ਲੇਖ ਨੂੰ ਸੋਧ ਕੇ ਛਾਪੇ, ਇਤਰਾਜ਼ ਪ੍ਰਗਟ ਕੀਤਾ ਤਾਂ ਲੋਕ ਕਹਿ ਰਹੇ ਨੇ ਕਿ ਆਸਟ੍ਰੇਲੀਅਨ ਲੇਖ ਤੇ ਸਵਾਲ ਕਰਨ ਦਾ ਆਧਾਰ ਕੀ ਹੈ, ਜਦਕਿ ਸੱਚਾਈ ਹਾਲਾਤਾਂ ਨੇ ਸਾਬਿਤ ਕਰ ਰੱਖੀ ਹੈ। ਭਾਰਤ ਦੇ ਵਿੱਚ ਜੋ ਹਾਲਾਤ ਬਣੇ ਹੋਏ ਨੇ ਲੋਕ ਆਪਣੀਆਂ ਅੱਖਾਂ ਦੇ ਨਾਲ ਦੇਖ ਰਹੇ ਨੇ। ਲੋਕ ਕਹਿ ਰਹੇ ਨੇ ਕਿ ਰਿਪੋਰਟ ਬਿਲਕੁਲ ਸਹੀ ਹੈ। ਇੱਕ ਜਣੇ ਨੇ ਲਿਖਿਆ ਕਿ ਬੀਜੇਪੀ ਦੇ ਲੀਡਰ ਪੱਛਮੀ ਬੰਗਾਲ ਦੀਆਂ ਚੋਣਾਂ ਦੇ ਲਈ ਰੈਲੀਆਂ ਕਰ ਰਹੇ ਸੀ। ਕਈ ਲੋਕਾਂ ਨੇ ਮੋਦੀ ਦੀਆਂ ਰੈਲੀਆਂ ਨਾਲ ਜੁੜੀਆਂ ਵੀਡੀਓਜ਼ ਵੀ ਸਾਂਝੀਆਂ ਕੀਤੀਆਂ ਨੇ ਜੋ ਪੱਛਮੀ ਬੰਗਾਲ ਦੀਆਂ ਨੇ ਤੇ ਇਹਦੇ ਵਿੱਚ ਇਹਨਾਂ ਰੈਲੀਆਂ ਦੇ ਵਿੱਚ ਮੋਦੀ ਦੇ ਸਪੋਰਟਰ ਬਿਨਾਂ ਮਾਸਕ ਅਤੇ ਸਮਾਜਿਕ ਦੂਰੀ ਤੋਂ ਘੁੰਮ ਰਹੇ ਸਨ। ਸੋ ਇਸੇ ਦਰਮਿਆਨ ਪੰਜਾਬ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਵੀ ਕੇਂਦਰ ਸਰਕਾਰ ਤੇ ਹਮਲਾ ਕੀਤਾ। ਕਹਿੰਦੇ ਅੰਤਰਰਾਸ਼ਟਰੀ ਮੀਡੀਆ ਜਿਹੜਾ ਲਿਖ ਰਿਹਾ ਹੈ ਕਿ ਭਾਰਤ ਨਰਕ ਬਣ ਰਿਹਾ ਹੈ, ਇਹ ਬਿਲਕੁਲ ਸਹੀ ਰਿਪੋਰਟਾਂ ਨੇ ਤੇ ਹੁਣ ਸਾਨੂੰ ਵੀ ਆਪਣੀ ਜ਼ਮੀਰ ਦੀ ਆਵਾਜ਼ ਸੁਣਨੀ ਚਾਹੀਦੀ ਹੈ। ਮੋਦੀ ਦਾ ਬਾਈਕਾਟ ਕਰਨਾ ਚਾਹੀਦਾ ਹੈ। ਪੱਛਮੀ ਬੰਗਾਲ ਦੇ ਵਿੱਚ ਚੋਣਾਂ ਦਾ ਆਖਰੀ ਪੜਾਅ ਹੈ। ਤੁਸੀਂ ਸਾਰੇ ਵੇਖ ਚੁੱਕੇ ਹੋ ਕਿ ਮੋਦੀ ਕੋਵਿਡ ਮਹਾਮਾਰੀ ਦੌਰਾਨ ਨਾਗਰਿਕਾਂ ਦੇ ਨਾਲ ਕਿਵੇਂ ਪੇਸ਼ ਆ ਰਹੇ ਨੇ। ਸੋ ਇਸ ਸਾਰੇ ਮੁੱਦੇ ਦੇ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਆਖਰੀ ਗੇੜ ਦੀਆਂ ਚੋਣਾਂ ਮੌਕੇ 29 ਅਪ੍ਰੈਲ ਦੀ ਸਵੇਰ ਨੂੰ ਟਵੀਟ ਕਰਦੇ ਨੇ ਅਤੇ ਪੱਛਮੀ ਬੰਗਾਲ ਦੇ ਲੋਕਾਂ ਦੀਆਂ ਵੋਟਾਂ ਵਟੋਰਨ ਦੀ ਪੂਰੀ ਕੋਸ਼ਿਸ਼ ਹੈ ਇਸ ਟਵੀਟ ਦੇ ਵਿੱਚ। ਹਾਲਾਂਕਿ ਉਹਨਾਂ ਨੇ ਅਪੀਲ ਵੀ ਕੀਤੀ ਹੈ ਕਿ ਕੋਵਿਡ-19 ਦੇ ਨਿਯਮਾਂ ਦੀ ਉਲੰਘਣਾ ਨਾ ਕੀਤੀ ਜਾਵੇ। 2 ਦਿਨ ਪਹਿਲਾਂ UNO ਆਮ ਸਭਾ ਦੇ ਮੁਖੀ ਨੇ ਕਿਹਾ ਸੀ ਕਿ ਦੁਨੀਆ ਨੂੰ ਭਾਰਤ ਦੀ ਮਦਦ ਕਰਨੀ ਚਾਹੀਦੀ ਹੈ ਕਿਉਂਕਿ ਭਾਰਤ ਨੇ ਉਹਨਾਂ ਦੇਸ਼ਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਟੀਕੇ ਭੇਜੇ ਨੇ ਜਿਨ੍ਹਾਂ ਨੂੰ ਇਹ ਮਿਲਣੇ ਸੌਖੇ ਨਹੀਂ ਸੀ। ਤਾਜ਼ਾ ਜਾਣਕਾਰੀ ਦੇ ਮੁਤਾਬਿਕ ਭਾਰਤ ਨੇ ਸੰਯੁਕਤ ਰਾਸ਼ਟਰ ਦੀ ਮਦਦ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਹੈ। ਸੰਯੁਕਤ ਰਾਸ਼ਟਰ ਦੇ ਮੁਖੀ ਐਂਟੋਨੀਓ ਗੁਟੇਰਸ ਦੇ ਬੁਲਾਰੇ ਫਰਹਾਨ ਹੱਕ ਨੇ ਦੱਸਿਆ ਕਿ ਭਾਰਤ ਨੇ ਸਾਡੀ ਮਦਦ ਦੇ ਪ੍ਰਸਤਾਵ ਨੂੰ ਖਾਰਿਜ ਕਰ ਦਿੱਤਾ ਹੈ। ਫਰਹਾਨ ਹੱਕ ਨੇ ਦੱਸਿਆ ਕਿ ਅਸੀਂ ਕੋਵਿਡ ਨਾਲ ਜੁੜੇ ਸਮਾਨ ਦੀ ਸਪਲਾਈ ਚੇਨ ਵਿੱਚ ਲੋੜ ਪੈਣ ਤੇ ਭਾਰਤ ਦੀ ਮਦਦ ਲਈ ਕਿਹਾ ਸੀ ਪਰ ਸਾਨੂੰ ਜਵਾਬ ਮਿਲਿਆ ਭਾਰਤ ਸਰਕਾਰ ਤੋਂ ਕਿ ਸਾਨੂੰ ਤੁਹਾਡੀ ਮਦਦ ਦੀ ਲੋੜ ਨਹੀਂ ਹੈ ਕਿਉਂਕਿ ਸਾਡੇ ਕੋਲ ਪਹਿਲਾਂ ਹੀ ਇੱਕ ਮਜ਼ਬੂਤ ਵਿਵਸਥਾ ਮੌਜੂਦ ਹੈ। ਪਰ UN ਨੇ ਕਿਹਾ ਕਿ ਸਾਡੀ ਪੇਸ਼ਕਸ਼ ਹਾਲੇ ਵੀ ਮੌਜੂਦ ਹੈ। ਅਸੀਂ ਹੁਣ ਵੀ ਮਦਦ ਕਰਨ ਲਈ ਤਿਆਰ ਹਾਂ। ਜਦੋਂ ਵੀ ਭਾਰਤ ਰਾਜ਼ੀ ਹੋਵੇਗਾ ਅਸੀਂ ਮਦਦ ਜ਼ਰੂਰ ਭੇਜਾਂਗੇ। ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਕਰਕੇ ਉੱਤਰਾਖੰਡ ਦੇ ਵਿੱਚ 4 ਧਾਮ ਯਾਤਰਾ ਟਾਲ ਦਿੱਤੀ ਗਈ ਹੈ। ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਕਿਹਾ ਕਿ ਕੋਰੋਨਾ ਦੇ ਵੱਧ ਰਹੇ ਕੇਸਾਂ ਕਾਰਨ ਲੋਕਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਐਲਾਨ ਕਰਨਾ ਜ਼ਰੂਰੀ ਸੀ। ਕਹਿੰਦੇ 4 ਮੰਦਰਾਂ ਦੇ ਵਿੱਚ ਕੇਵਲ ਪੁਜਾਰੀ ਹੀ ਪੂਜਾ ਕਰਨਗੇ। ਉੱਤਰਾਖੰਡ ਦੀ ਪ੍ਰਸਿੱਧ 4 ਧਾਮ ਯਾਤਰਾ ਵਿੱਚ ਸ਼ਰਧਾਲੂ ਉੱਤਰਾਖੰਡ ਦੇ ਬਦਰੀਨਾਥ, ਕੇਦਾਰਨਾਥ, ਗੰਗੋਤਰੀ ਤੇ ਯਮਨੋਤਰੀ ਦੀ ਯਾਤਰਾ ਕਰਦੇ ਨੇ ਜਿਹੜੀ ਕਿ ਹੁਣ ਬੰਦ ਕਰ ਦਿੱਤੀ ਗਈ ਹੈ। ਰਾਹੁਲ ਗਾਂਧੀ ਨੇ ਫ੍ਰੀ ਯਾਨੀ ਕਿ ਮੁਫਤ ਦਾ ਮਤਲਬ ਦੱਸਿਆ ਤੇ ਕਿਹਾ ਕਿ ਬਿਨਾਂ ਪੈਸਾ ਦਿੱਤੇ ਹੀ ਟੀਕਾ ਮਿਲਣਾ ਚਾਹੀਦਾ ਹੈ ਲੋਕਾਂ ਨੂੰ। ਰਾਹੁਲ ਗਾਂਧੀ ਨੇ ਟਵੀਟ ਕਰਕੇ ਦੇਸ਼ ਵਿੱਚ ਟੀਕਾਕਰਨ ਨੂੰ ਸਾਰਿਆਂ ਦੇ ਲਈ ਫ੍ਰੀ ਕਰਨ ਦੀ ਮੰਗ ਕੀਤੀ ਹੈ। ਉਹਨਾਂ ਨੇ ਡਿਕਸ਼ਨਰੀ ਤੋਂ ਫ੍ਰੀ ਸ਼ਬਦ ਦਾ ਅਰਥ ਖਾਸ ਤੌਰ ਤੇ ਟਵੀਟ ਕੀਤਾ ਹੈ। ਫ੍ਰੀ ਬਰਾਬਰ ਲਿਖਿਆ ਹੈ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਬਿਨਾਂ ਕੋਈ ਕੀਮਤ ਅਦਾ ਕੀਤੇ ਕੁਝ ਹਾਸਲ ਕਰਨਾ। ਜਿਵੇਂ ਭਾਰਤ ਨੂੰ ਕੋਵਿਡ-19 ਦੀ ਵੈਕਸੀਨ ਵੀ ਫ੍ਰੀ ਵਿੱਚ ਮਿਲਣੀ ਚਾਹੀਦੀ ਹੈ। ਹਰ ਨਾਗਰਿਕ ਨੂੰ ਟੀਕਾ ਬਿਨਾਂ ਪੈਸੇ ਲਏ ਲਾਇਆ ਜਾਣਾ ਚਾਹੀਦਾ ਹੈ। ਉਮੀਦ ਕਰਦਾ ਕਿ ਪ੍ਰਧਾਨ ਮੰਤਰੀ ਜੀ ਫ੍ਰੀ ਦਾ ਮਤਲਬ ਸਮਝਣਗੇ ਜਿਹੜਾ ਕਿ ਮੈਂ ਡਿਕਸ਼ਨਰੀ ਚੋਂ ਕੱਢ ਕੇ ਸਮਝਾ ਰਿਹਾ। ਯੋਗੀ ਆਦਿੱਤਿਆਨਾਥ ਦੇ ਸੂਬੇ ਉੱਤਰ ਪ੍ਰਦੇਸ਼ ਦੇ ਵਿੱਚ ਕਰੋਨਾ ਕਾਰਨ ਹਾਲਾਤ ਚੰਗੇ ਨਹੀਂ ਹੈਗੇ ਤੇ ਹੁਣ ਇੱਥੇ ਫਲਾਂ ਤੇ ਸਬਜ਼ੀਆਂ ਦੇ ਭਾਅ ਵੀ ਵੱਧ ਗਏ ਨੇ। ਇੱਕ ਫਲ ਵੇਚਣ ਵਾਲੇ ਨੇ ਦੱਸਿਆ ਕਿ ਕਰੋਨਾ ਕਾਰਨ ਗੱਡੀਆਂ ਨਹੀਂ ਆ ਪਾ ਰਹੀਆਂ ਤੇ ਫਲਾਂ ਦੀਆਂ ਕੀਮਤਾਂ ਵੱਧ ਗਈਆਂ ਨੇ। ਸੇਬ 120 ਰੁਪਏ ਕਿਲੋ ਤੋਂ ਸਿੱਧਾ ਹੁਣ 200 ਰੁਪਏ ਕਿਲੋ ਹੋ ਗਿਆ ਤੇ ਇਸੇ ਤਰ੍ਹਾਂ ਹੋਰ ਸਬਜ਼ੀਆਂ ਦੇ ਭਾਅ ਵੀ ਵੱਧ ਗਏ ਨੇ। ਕੱਲਾ ਉੱਤਰ ਪ੍ਰਦੇਸ਼ ਨਹੀਂ ਹੁਣ ਸਾਰੇ ਸੂਬਿਆਂ ਨੂੰ ਇਹਨਾਂ ਵੱਧਦੇ ਭਾਵਾਂ ਦੇ ਲਈ ਤਿਆਰ ਰਹਿਣਾ ਪਵੇਗਾ। ਪੰਜਾਬ ਦੇ ਸ਼੍ਰੀ ਮੁਕਤਸਰ ਸਾਹਿਬ ਤੋਂ ਖਬਰ ਹੈ ਜਿੱਥੇ ਦਿਨ ਦਿਹਾੜੇ ਇੱਕ ਨੌਜਵਾਨ ਨੂੰ ਅਗਵਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ। ਹਾਲਾਂਕਿ ਨੌਜਵਾਨ ਦੀ ਹੁਸ਼ਿਆਰੀ ਕਾਰਨ ਉਸ ਦੀ ਜਾਨ ਬਚ ਗਈ ਹੈ।
जिस तो बाद थाना सिटी पुलिस ने अणपछाते लोगों के खिलाफ मामला दर्ज कर लिया। पिंड भागसर का रहने वाला अमनप्रीत सिंह अपनी कार से श्री मुक्तसर साहिब के बाजार में राशन आदि लैण लई गया सी तां शहर के घाह मंडी चौक ते 5 अणपछाते व्यक्तियों ने अपनी गल्लां च उलझा के उसनूं अगवा कर लिया। अमनप्रीत नूं सुनसान थां ते लै गए, कुटमार कीती ते पैसिਆਂ ਦੀ ਮੰਗ ਕੀਤੀ। 20,000 ਮੰਗਿਆ, जिस नूं पूरा करन लई अमनप्रीत ने अपने एक दोस्त नूं भी फोन किया, पर दोस्त ने मदद करन तो इनकार कर दिता। जिस तो बाद अगवाकार उसनूं हनुमानगढ़ लै गए, राजस्थान के हनुमानगढ़, जिथे PNB बैंक तो पैसे कढाउण लई कहा। अमनप्रीत बैंक विच गया ते तुरंत एक घटना बैंक मैनेजर नूं दस दित्ती, जिस तो बाद अगवाकार उत्थों फरार हो गए ते अमनप्रीत दी जान बच गई। बठिंडा दे मानसा रोड ते महिंद्रा दे शोरूम दे विच 19 अप्रैल दी सवेरे भयानक अग लग गई। हादसे वक्त 2 मंजिला इमारत दे विच सैकड़े गड्डियां मौजूद सन। अग तो बचा लई कई मौके ते फायर ब्रिगेड पहुंचियां ते बड़ी मुश्किल दे नाल अग ते काबू पाया। अग नाल नुकसानियां गड्डियां दी सही गिणती अते अग लगन दे कारण बारे हाले तक कोई जानकारी नहीं मिल सकी है। स्कूली विद्यार्थियों नूं विज्ञान दे प्रति उत्साहित करन दे लई CSIR यानी कि काउंसिल ऑफ साइंटिफिक एंड इंडस्ट्रीयल रिसर्च इनोवेशन अवार्ड वास्ते करवाए जा रहे मुकाबलियां दे लई एंट्री भेजन की आखिरी तरीक 30 अप्रैल निर्धारित की गई है, यानी कि शुक्रवार। इस मुकाबले दे विच 12वीं जमात च पढ़दा हरेक विद्यार्थी हिस्सा लै सकदा है। उसकी उम्र 1 जनवरी 2021 तक 18 साल तो घट होनी चाहिए है। मुकाबले के जेतूआं नूं 15 पुरस्कार दिते जाणगे। पहला इनाम 1 लाख रुपए का होएगा, जबकि 2 इनाम 50,000 रुपए के होणगे, 3 इनाम 30,000 रुपए के, 4 इनाम 20,000 रुपए ते 5 इनाम 10,000 रुपए के दिते जाणगे। पुरस्कार CSIR के स्थापना दिहाड़े मौके 26 सितंबर 2021 नूं दिते जाणगे। PGI चंडीगढ़ विच भर्ती एक कोरोना पॉजिटिव मरीज ने कथित तौर पर PGI की 6वीं मंजिल तो छाल मार के खुदकुशी कर ली है। 42 साल का मृतक विनोद रोहिला पंचकुला के सैक्टर 17 का रहने वाला सी, जो कोरोना पॉजिटिव होने तो बाद PGI विच अपना इलाज करवा रहा सी। पुलिस वालों की शुरुआती जांच विच सामने आया कि मरीज कोरोना पॉजिटिव होने करके मानसिक तौर पर परेशान चल रहा सी। घटना 29 अप्रैल वीरवार दोपहरे 12:15 बजे वापरी है। PGI चौंकी पुलिस नूं सूचना मिली सी कि PGI दे MS ऑफिस के कोल एक व्यक्ति ने 6वीं मंजिल तो छाल मार दी है। छाल मारन तो बाद विनोद रोहिला की मौत हो गई। हालांकि उसनूं एमरजेंसी विच भी भर्ती करवाया गया सी। कोरोना टीकाकरण दरमियान पंजाब यूनिवर्सिटी चंडीगढ़ के साबका डीन ते JNU के साबका प्रोफैसर चमन लाल ने टीका लवाउण तो इनकार कर दिता है। इसलिए उन्होंने पंजाब के मुख्यमंत्री कैप्टन अमरिंदर सिंह नूं चिट्ठी भी लिखी है और कारण भी दस्सिया कि टीका क्यों नहीं लवाउणा। चमन लाल ने लिखा कि 76 साल की उम्र में मैनूं कोविड-19 का टीका लवाउण की लोड़ है, क्योंकि डॉक्टरी तौर पर यह ढुकम है, पर मैनूं इस ते कई इतराज़ ने। इसनूं ना लवाउण का मेरा सब तो वड्डा कारण टीकाकरण दे नाल जारी किया गया सर्टिफिकेट है, जिस दे उत्ते प्रधानमंत्री नरेंद्र मोदी की तस्वीर नूं जबरदस्ती ते मजबूरी थोपिया गया है। प्रोफैसर ने कहा कि विश्व के होर किसी भी देश में टीकाकरण सर्टिफिकेट ते किसी भी सियासी लीडर की तस्वीर नहीं है, क्योंकि एक कौमी मुहिम है। इहदे विच संबंधित खेतर की सेहत जां मैडिकल अधिकारी की दस्तखत ते मोहर होनी चाहिए है। पर भारत दे विच सानू बेसहारा नागरिकां नूं सत्ताधारी लीडर की फोटो के नाल सर्टिफिकेट जबरदस्ती दिते जा रहे हैं। मैं इसकी निंदा करदा हां। प्रोफैसर ने अपनी चिट्ठी विच 10 नुकते लिख के विरोध जताया ते पंजाब सरकार नूं बेनती की है कि प्रधानमंत्री नरेंद्र मोदी की फोटो नूं सूबे विच दिते जा रहे कोरोना के सर्टिफिकेट तो हटाया जाए। प्रोफैसर की यह मंग जायज़ तो जरूर है, पर कैप्टन अमरिंदर सिंह इस ते की एक्शन कोई लेंदे ने जां नहीं लेंदे, जां फिर उन्हां दे अधिकार खेत्र विच है भी जां नहीं है, ये वखरा सवाल है। हिमाचल प्रदेश के सोलन जिले के बद्दी बरोटीवाला ते नालागढ़ तो शर्मसार करने वाली घटना सामने आई है, जिथे एक कोरोना मरीज की लाश नूं शमशान घाट ले जाण लई जदों कोई एंबूलेंस जां वाहन ना मिलिया तां मृतक देह नूं एक कूड़े लई वरती जांदी ट्राली च पा के अंतिम संस्कार लई बद्दी शमशान घाट भेजिया गया। सारी घटना लई SDM नालागढ़ ने BMO अते नगर कौंसल बद्दी के कार्यकारी अधिकारी नूं नोटिस भी जारी किया है। मुख्यमंत्री जयराम ठाकुर ने भी BBN के प्रशासनिक अधिकारियों नूं काफ़ी झाड़िया है। परिवारिक मैंबरां ने गुस्सा जाहिर करदिआं कहा कि अजिहियां लापरवाहियां करन वालिआं नूं बख्शिया नहीं जाना चाहिए। हरियाणा के मुख्यमंत्री मनोहर लाल खट्टर ने सूबे के छोटे हस्पतालों नूं बिना आग्या के कोविड मरीजों की भर्ती ना करने के हुक्म दिते ने। उन्होंने कहा कि जे कोई बिना लाइसेंस के अजिहा करदा है तो उस खिलाफ सख्त कार्रवाई की जाएगी। खासकर छोटे हस्पताल जो साधारण बीमारियों का इलाज करते हैं, वह भी कोविड
ਦਾ ਇਲਾਜ ਕਰਨਾ ਸ਼ੁਰੂ ਕਰ ਦੇਣਗੇ, ਜੋ ਕਿ ਲੋਕਾਂ ਦੀ ਸਿਹਤ ਲਈ ਠੀਕ ਨਹੀਂ ਹੈ। ਬੁਲੇਟਿਨ ਦੇ ਵਿੱਚ ਕੁਝ ਖਾਸ ਤੇ ਵੱਡੀਆਂ ਖਬਰਾਂ ਪੂਰੇ ਭਾਰਤ ਦੀਆਂ। ਸਭ ਤੋਂ ਪਹਿਲੀ ਖਬਰ ਰਾਜਧਾਨੀ ਦਿੱਲੀ ਤੋਂ ਹੈ, ਜਿੱਥੇ ਬਿਜਵਾਸਨ ਇਲਾਕੇ ਦੇ ਵਿੱਚ ਵੀਰਵਾਰ ਤੜਕੇ ਟਰਾਂਸਫਾਰਮਰ ਨੂੰ ਲੱਗੀ ਅੱਗ ਦੇ ਕਾਰਨ ਨੇੜੇ ਦੀਆਂ 2 ਝੁੱਗੀਆਂ ਨੇ ਜਿਹੜੀਆਂ ਉਹ ਸੜ ਗਈਆਂ। ਉੱਥੇ ਰਸੋਈ ਗੈਸ ਸਿਲੰਡਰ ਫਟਣ ਕਾਰਨ ਇੱਕ ਪਰਿਵਾਰ ਦੇ 6 ਮੈਂਬਰਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੇ ਵਿੱਚੋਂ 4 ਨਾਬਾਲਿਗ ਸਨ। ਇਹ ਦਰਦਨਾਕ ਘਟਨਾ ਦਿੱਲੀ ਦੇ ਵਿੱਚ ਵਾਪਰੀ ਹੈ। ਪੱਛਮੀ ਬੰਗਾਲ ਵਿਧਾਨ ਸਭਾ ਦੇ 8ਵੇਂ ਤੇ ਆਖਰੀ ਪੜਾਅ ਨੂੰ ਲੈ ਕੇ ਵੀ ਵੀਰਵਾਰ ਨੂੰ ਅੱਜ ਵੋਟਾਂ ਪਈਆਂ ਨੇ। ਹਾਲਾਂਕਿ ਵੱਖ-ਵੱਖ ਇਲਾਕਿਆਂ ਦੇ ਵਿੱਚ ਆਖਰੀ ਪੜਾਅ ਦੌਰਾਨ ਹਿੰਸਕ ਘਟਨਾਵਾਂ ਦੀਆਂ ਖਬਰਾਂ ਵੀ ਮਿਲੀਆਂ ਨੇ। ਚੋਣ ਕਮਿਸ਼ਨ ਦੇ ਅਧਿਕਾਰੀਆਂ ਮੁਤਾਬਿਕ ਬਾਅਦ ਦੁਪਹਿਰ 1 ਵਜੇ ਤੱਕ 56% ਤੋਂ ਵੱਧ ਵੋਟਿੰਗ ਹੋ ਚੁੱਕੀ ਸੀ। ਵਿਧਾਨ ਸਭਾ ਦੇ 8ਵੇਂ ਤੇ ਆਖਰੀ ਪੜਾਅ ਦੀਆਂ 35 ਸੀਟਾਂ ਲਈ 11,860 ਪੋਲਿੰਗ ਸਟੇਸ਼ਨਾਂ ਤੇ ਵੋਟਿੰਗ ਹੋਈ। ਇਹਨਾਂ ਵਿੱਚੋਂ 11 ਸੀਟਾਂ ਮੁਰਸ਼ਿਦਾਬਾਦ ਤੇ ਬੀਰਭੂਮ ਜ਼ਿਲ੍ਹਿਆਂ ਦੇ ਵਿੱਚ ਨੇ, ਜਦਕਿ 6 ਸੀਟਾਂ ਮਾਲਦਾ ਵਿੱਚ ਨੇ ਤੇ 7 ਸੀਟਾਂ ਉੱਤਰੀ ਕੋਲਕਾਤਾ ਵਿੱਚ ਨੇ। ਸੋ ਪੱਛਮੀ ਬੰਗਾਲ ਦੇ ਵਿੱਚ ਵੀ ਵੋਟਾਂ ਅੱਜ ਮੁਕੰਮਲ ਹੋ ਗਈਆਂ ਨੇ ਤੇ ਹੁਣ ਵੋਟਾਂ ਦੇ ਨਤੀਜੇ ਇਹਨਾਂ ਸਾਰੇ 5 ਸੂਬਿਆਂ ਦੇ ਵਿੱਚ 2 ਮਈ ਨੂੰ ਐਲਾਨੇ ਜਾਣਗੇ। ਯੂਪੀ ਦੇ ਵਿੱਚ ਵੀ ਪੰਚਾਇਤੀ ਚੋਣਾਂ ਦੇ ਚੌਥੇ ਪੜਾਅ ਦੇ ਲਈ ਵੋਟਾਂ ਪਾਈਆਂ ਗਈਆਂ। ਇਸ ਪੜਾਅ ਦੇ ਵਿੱਚ 17 ਜ਼ਿਲ੍ਹਿਆਂ ਦੇ ਵਿੱਚ ਵੋਟਾਂ ਪਈਆਂ। ਕਰੋਨਾ ਦੇ ਵਿਗੜਦੇ ਹਾਲਾਤਾਂ ਦੇ ਬਾਵਜੂਦ ਚੌਥੇ ਦੌਰ ਦੀ ਵੋਟਿੰਗ ਹੈ ਜਿਹੜੀ ਉੱਤਰ ਪ੍ਰਦੇਸ਼ ਦੇ ਵਿੱਚ ਕਰਵਾਈ ਗਈ। ਅੰਕੜੇ ਦੱਸਦੇ ਨੇ ਕਿ ਜਿਨ੍ਹਾਂ 18 ਜ਼ਿਲ੍ਹਿਆਂ ਦੇ ਵਿੱਚ ਪਹਿਲੇ ਗੇੜ ਦੇ ਵਿੱਚ ਵੋਟਾਂ ਪਈਆਂ ਨੇ, ਉੱਥੇ ਕਰੋਨਾ ਦੇ ਮਾਮਲਿਆਂ ਦੇ ਵਿੱਚ ਵਾਧਾ ਦੇਖਿਆ ਗਿਆ। ਚੋਣਾਂ ਵਿੱਚ ਡਿਊਟੀ ਕਰਨ ਵਾਲੇ ਕਈ ਕਰਮਚਾਰੀਆਂ ਦੀ ਮੌਤ ਦੀ ਖਬਰ ਵੀ ਆਈ ਹੈ, ਜਿਸ ਤੇ ਹਾਈ ਕੋਰਟ ਨੇ ਯੋਗੀ ਸਰਕਾਰ ਤੋਂ ਜਵਾਬ ਵੀ ਤਲਬ ਕੀਤਾ ਹੈ। ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਕਰੋਨਾ ਵਾਇਰਸ ਦੀ ਬਿਮਾਰੀ ਤੋਂ ਠੀਕ ਹੋ ਗਏ ਨੇ ਅਤੇ ਉਹਨਾਂ ਨੂੰ ਅੱਜ ਹਸਪਤਾਲ ਦੇ ਵਿੱਚੋਂ ਛੁੱਟੀ ਦੇ ਦਿੱਤੀ ਗਈ ਹੈ। ਦਿੱਲੀ ਦੇ ਏਮਸ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਸੀ। 19 ਅਪ੍ਰੈਲ ਨੂੰ ਡਾਕਟਰ ਮਨਮੋਹਨ ਸਿੰਘ ਨੂੰ ਕਰੋਨਾ ਪੋਜ਼ਿਟਿਵ ਹੋਣ ਕਰਕੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਕਰੋਨਾ ਦਾ ਟੀਕਾ ਕੋਵਿਸ਼ੀਲਡ ਬਣਾਉਣ ਵਾਲੀ ਕੰਪਨੀ ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਚੀਫ ਐਗਜ਼ੀਕਿਊਟਿਵ ਆਫਿਸਰ ਆਦਾਰ ਪੂਨਾਵਾਲਾ ਨੂੰ ਪੂਰੇ ਭਾਰਤ ਵਿੱਚ ਵਾਈ ਕੈਟੇਗਰੀ ਦੀ ਸੁਰੱਖਿਆ ਦਿੱਤੀ ਗਈ ਹੈ। ਇਸ ਬਾਰੇ ਬਾਕਾਇਦਾ ਗ੍ਰਹਿ ਮੰਤਰਾਲੇ ਨੇ ਜਾਣਕਾਰੀ ਦਿੱਤੀ ਹੈ। ਵਾਈ ਕੈਟੇਗਰੀ ਦੀ ਸੁਰੱਖਿਆ ਦੇ ਵਿੱਚ ਕੁੱਲ 11 ਲੋਕ ਹੁੰਦੇ ਨੇ, ਜਿਨ੍ਹਾਂ ਵਿੱਚ 2 ਕਮਾਂਡੋ ਅਤੇ 1 ਪੁਲਿਸ ਕਰਮੀ ਵੀ ਸ਼ਾਮਿਲ ਹੁੰਦਾ ਹੈ। ਸੁਰੱਖਿਆ ਦਾ ਫੈਸਲਾ ਵੈਕਸੀਨੇਸ਼ਨ ਦੇ ਤੀਜੇ ਪੜਾਅ ਤੋਂ ਪਹਿਲਾਂ ਆਇਆ। ਇਸ ਸੰਬੰਧੀ ਇੰਸਟੀਚਿਊਟ ਦੇ ਡਾਇਰੈਕਟਰ ਪ੍ਰਕਾਸ਼ ਕੁਮਾਰ ਸਿੰਘ ਨੇ ਗ੍ਰਹਿ ਮੰਤਰਾਲੇ ਨੂੰ ਆਦਾਰ ਪੂਨਾਵਾਲਾ ਦੀ ਸਿਕਿਉਰਿਟੀ ਨੂੰ ਲੈ ਕੇ ਚਿੱਠੀ ਲਿਖੀ ਸੀ। ਚਿੱਠੀ ਵਿੱਚ ਕਿਹਾ ਗਿਆ ਸੀ ਕਿ ਆਦਾਰ ਪੂਨਾਵਾਲਾ ਨੂੰ ਕੋਵਿਡ-19 ਵੈਕਸੀਨ ਨੂੰ ਲੈ ਕੇ ਧਮਕੀਆਂ ਮਿਲ ਰਹੀਆਂ ਨੇ, ਇਸ ਕਰਕੇ ਸਰਕਾਰ ਨੇ ਸੁਰੱਖਿਆ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੂਬੇ ਗੁਜਰਾਤ ਦੇ ਅਹਿਮਦਾਬਾਦ ਦੇ ਵਿੱਚ ਨਕਲੀ ਰੈਮਡੇਸਿਵਿਰ ਇੰਜੈਕਸ਼ਨ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ। ਕ੍ਰਾਈਮ ਬ੍ਰਾਂਚ ਨੇ ਦੱਸਿਆ ਕਿ ਮਾਮਲੇ ਦੇ ਵਿੱਚ ਸ਼ਾਮਿਲ ਇੱਕ ਆਰੋਪੀ ਦਵਾਈਆਂ ਦਾ ਕੰਮ ਕਰਦਾ ਹੈ। ਦੂਸਰੇ ਮੁਲਜ਼ਮ ਨੇ ਕਈ ਹਸਪਤਾਲਾਂ ਦੇ ਵਿੱਚ ਕੰਮ ਕੀਤਾ ਹੋਇਆ। ਇਹਨਾਂ ਮੁਲਜ਼ਮਾਂ ਨੂੰ ਰੈਮਡੇਸਿਵਿਰ ਦੇ ਲਈ ਫੋਨ ਆਉਂਦੇ ਸੀ ਅਤੇ ਇਹ ਸਾਰੀਆਂ ਗਤੀਵਿਧੀਆਂ ਕੈਸ਼ ਵਿੱਚ ਕਰਦੇ ਸੀ ਤੇ ਇਹ ਬਹੁਤ ਹੀ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਖਤਰਨਾਕ ਹੈ ਕਿ ਅਜਿਹੇ ਦੌਰ ਦੇ ਵਿੱਚ ਨਕਲੀ ਦਵਾਈਆਂ ਬਣਨੀਆਂ ਸ਼ੁਰੂ ਹੋ ਗਈਆਂ ਨੇ। ਸੋ ਅਸੀਂ ਵੀ ਸਭ ਨੂੰ ਅਪੀਲ ਕਰਾਂਗੇ, ਸਾਰੇ ਲੋਕਾਂ ਨੂੰ ਅਪੀਲ ਕਰਾਂਗੇ ਕਿ ਜਿਹੜੀਆਂ ਦਵਾਈਆਂ ਹੁੰਦੀਆਂ ਨੇ, ਰੈਮਡੇਸਿਵਿਰ ਹੈ ਜਾਂ ਫਿਰ ਕਰੋਨਾ ਦਾ ਟੀਕਾ ਹੈ, ਉਹ ਤੁਸੀਂ ਪੁਖਤਾ ਤੌਰ ਤੇ ਡਾਕਟਰਾਂ ਤੋਂ ਚੈੱਕ ਕਰਵਾ ਕੇ ਹੀ ਲਓ। ਤੇ ਰੈਮਡੇਸਿਵਿਰ ਤਾਂ ਡਾਕਟਰਾਂ ਨੇ, ਵੱਡੇ ਡਾਕਟਰਾਂ ਨੇ ਵੀ ਕਹਿ ਦਿੱਤਾ ਹੈ, ਦੇਸ਼ ਦੇ ਜਿਹੜੇ ਸੀਨੀਅਰ ਡਾਕਟਰ ਨੇ, ਕਿ ਇਹ ਜਿਹੜੀ ਦਵਾਈ ਹੈ ਉਹ ਸਿਰਫ ਡਾਕਟਰ ਦੀ ਸਲਾਹ ਦੇ ਨਾਲ ਹੀ ਲੈਣੀ ਚਾਹੀਦੀ ਹੈ। ਯਾਨੀ ਕਿ ਰੈਮਡੇਸਿਵਿਰ ਦਾ ਟੀਕਾ ਹੈ, ਤੁਸੀਂ ਹਸਪਤਾਲ ਦੇ ਵਿੱਚ ਦਾਖਲ ਹੋ, ਕਰੋਨਾ ਦੇ ਮਰੀਜ਼ ਹੋ ਤਾਂ ਹੀ ਤੁਹਾਨੂੰ ਲੱਗੇਗਾ, ਪਰ ਡਾਕਟਰ ਦੀ ਸਲਾਹ ਤੋਂ ਬਿਨਾਂ ਨਾ ਲਗਵਾਓ, ਜਿਹੜਾ ਕਿ ਤੁਹਾਡੀ ਸਿਹਤ ਲਈ ਬਹੁਤ ਜ਼ਰੂਰੀ ਹੈ। ਬੁਲੇਟਿਨ ਦੇ ਵਿੱਚ ਕੁਝ ਖਾਸ ਤੇ ਵੱਡੀਆਂ ਖਬਰਾਂ ਪੂਰੀ ਦੁਨੀਆ ਤੋਂ। ਸਭ ਤੋਂ ਪਹਿਲੀ ਖਬਰ ਅਮਰੀਕਾ ਤੋਂ ਆ ਰਹੀ ਹੈ, ਜਿੱਥੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਕਾਂਗਰਸ ਨੂੰ ਪ੍ਰਵਾਸ ਸੰਬੰਧੀ ਵੱਡੇ ਸੁਧਾਰਾਂ ਨੂੰ ਪਾਸ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਮਹਾਮਾਰੀ ਦੌਰਾਨ ਪ੍ਰਵਾਸੀਆਂ ਨੇ ਅਮਰੀਕਾ ਦੇ ਲਈ ਬਹੁਤ ਕੁਝ ਕੀਤਾ ਹੈ ਤੇ ਹੁਣ ਵੇਲਾ ਆ ਗਿਆ ਹੈ ਕਿ ਇਹਨਾਂ ਪ੍ਰਵਾਸੀਆਂ ਨੂੰ ਅਮਰੀਕਾ ਦੀ ਨਾਗਰਿਕਤਾ ਦੇ ਦਿੱਤੀ ਜਾਵੇ। ਅਹੁਦਾ ਸੰਭਾਲਣ ਦੇ ਪਹਿਲੇ ਦਿਨ ਬਾਈਡਨ ਨੇ ਇਮੀਗ੍ਰੇਸ਼ਨ ਬਿੱਲ ਕਾਂਗਰਸ ਨੂੰ ਭੇਜਿਆ ਸੀ, ਜਿਸ ਵਿੱਚ ਹਜ਼ਾਰਾਂ ਪ੍ਰਵਾਸੀਆਂ ਜਿਹੜੇ ਨਜਾਇਜ਼ ਹਨ ਉਹਨਾਂ ਨੂੰ ਨਾਗਰਿਕਤਾ ਦੇਣ ਦੇ ਲਈ ਕਿਹਾ ਗਿਆ। ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੂੰ ਚਿੱਠੀ ਲਿਖ ਕੇ ਕਿਹਾ ਕਿ ਕਰੋਨਾ ਮਹਾਮਾਰੀ ਦੇ ਖਿਲਾਫ ਲੜਾਈ ਦੇ ਵਿੱਚ ਅਸੀਂ ਭਾਰਤ ਦੇ ਨਾਲ ਹਾਂ। ਉਹਨਾਂ ਕਿਹਾ ਕਿ ਮਹਾਮਾਰੀ ਨਾਲ ਲੜਨ ਦੇ ਲਈ ਚੀਨ ਵਿੱਚ ਬਣਿਆ ਸਮਾਨ ਹੈ ਜਿਹੜਾ ਉਹ ਤੇਜ਼ੀ ਨਾਲ ਭਾਰਤ ਪਹੁੰਚਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਚੀਨ ਭਾਰਤ ਨੂੰ ਦਿੱਤੀਆਂ ਜਾਣ ਵਾਲੀਆਂ ਜ਼ਰੂਰੀ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੀ ਮਦਦ ਜਾਰੀ ਰੱਖੇਗਾ। ਕਰੋਨਾ ਵਾਇਰਸ ਪੂਰੀ ਮਨੁੱਖਤਾ ਦੇ ਲਈ ਖਤਰਾ ਹੈ ਤੇ ਕੌਮਾਂਤਰੀ ਭਾਈਚਾਰੇ ਨੂੰ ਨਾਲ ਆ ਕੇ ਭਾਰਤ ਦੇ ਖੜਨਾ ਚਾਹੀਦਾ। ਇਸ ਤੋਂ ਪਹਿਲਾਂ ਚੀਨ ਦੇ ਵਿੱਚ ਭਾਰਤ ਦੇ ਰਾਜਦੂਤ ਸਨ ਵੀਡੋਂਗ ਨੇ ਟਵਿੱਟਰ ਤੇ ਜਾਣਕਾਰੀ ਦਿੱਤੀ ਸੀ ਕਿ ਚੀਨ ਭਾਰਤ ਨੂੰ ਘੱਟੋ ਘੱਟ 25,000 ਆਕਸੀਜਨ ਕਨਸੈਂਟਰੇਟਰ ਸਪਲਾਈ ਕਰਨ ਦੇ ਲਈ ਪੂਰੀ ਤਿਆਰੀ ਕਰ ਰਿਹਾ ਹੈ।
ਇਸੇ ਦਰਮਿਆਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੀ ਕੋਵਿਡ ਮਹਾਮਾਰੀ ਦੇ ਨਾਲ ਜੂਝ ਰਹੇ ਭਾਰਤ ਨੂੰ ਹਰ ਤਰ੍ਹਾਂ ਦੀ ਮਦਦ ਦੇਣ ਦਾ ਭਰੋਸਾ ਦਿੱਤਾ ਹੈ। ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸ ਦੇ ਰਾਸ਼ਟਰਪਤੀ ਦੇ ਵਿਚਕਾਰ ਫੋਨ ਤੇ ਬੁੱਧਵਾਰ ਨੂੰ ਗੱਲਬਾਤ ਹੋਈ ਸੀ। ਰੂਸ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਰੂਸ ਐਮਰਜੈਂਸੀ ਹਾਲਾਤਾਂ ਦੇ ਵਿੱਚ ਭਾਰਤ ਨੂੰ ਮਦਦ ਭੇਜ ਰਿਹਾ ਹੈ। 22 ਟਨ ਜ਼ਰੂਰੀ ਉਪਕਰਣ ਜਿਨ੍ਹਾਂ ਵਿੱਚ 20 ਆਕਸੀਜਨ ਪ੍ਰੋਡਕਸ਼ਨ ਯੂਨਿਟ ਨੇ, 75 ਲੰਗ ਵੈਂਟੀਲੇਟਰਸ ਨੇ, 150 ਮੈਡੀਕਲ ਮੋਨੀਟਰਸ ਨੇ ਤੇ 2 ਲੱਖ ਦਵਾਈਆਂ ਦੇ ਪੈਕ ਨੇ। ਪ੍ਰਧਾਨ ਮੰਤਰੀ ਮੋਦੀ ਨੇ ਰੂਸ ਨੂੰ ਇਸ ਮਦਦ ਦੇ ਲਈ ਧੰਨਵਾਦ ਵੀ ਕਿਹਾ ਹੈ। ਐਮਰਜੈਂਸੀ ਬੁਲੇਟਿਨ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਧੰਨਵਾਦ।